So good morning students. सत श्री अकाल सारिਆਂ ਨੂੰ। मैं राकेश के डल्ला from Government ITI Mohali under Department of Technical Education and Industrial Training Punjab। ਅੱਜ ਦੇ ਸੈਸ਼ਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। You all are welcome। ਸੋ ਅੱਜ ਦਾ ਜਿਹੜਾ ਮੇਰਾ ਟੌਪਿਕ ਹੈਗਾ ਉਹ ਹੈਗਾ ਪ੍ਰੋਡਕਟ ਲਾਈਫ ਸਾਈਕਲ ਐਂਡ SWOT ਐਨਾਲਿਸਿਸ। ਦੋ ਟੌਪਿਕ ਲੈ ਕੇ ਮੈਂ ਤੁਹਾਡੇ ਲਈ ਆਇਆ। ਅੱਜ डिटेल ਦੇ ਵਿੱਚ ਇਹਨੂੰ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਅੱਗੇ ਚੱਲਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਥੋੜਾ ਜਿਹਾ ITI ਮੋਹਾਲੀ ਦਾ ਟੂਰ ਕਰਵਾਉਣਾ ਚਾਹਾਂਗਾ। ਸੋ ਇਹ ਸਾਡੀ ITI ਮੋਹਾਲੀ ਹੈਗੀ, ਜਿਹਦਾ ਫਰੰਟ ਕੈਂਪਸ ਹੈਗਾ, ਜਿਹਦਾ ਐਂਟਰੈਂਸ ਕੈਂਪਸ ਹੈਗਾ, ਐਡਮਿਨ ਬਲਾਕ ਹੈਗਾ। ਨੈਕਸਟ ਇਹ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਇਹ ਮੇਰੀਆਂ ਲੈਬਸ ਔਰ ਵਰਕਸ਼ਾਪਸ ਹੈਗੀਆਂ ਨੇ। ਪਲੇਗਰਾਉਂਡ ਆ, ਇਸ ਦੀ ਬੈਕ ਸਾਈਡ ਤੇ ਗਰਾਊਂਡ ਤੇ ਚਲੇ ਜਾਈਏ, ਉੱਥੇ ਵੀ ਇੱਕ ਬਹੁਤ ਵੱਡਾ ਪਲੇਗਰਾਉਂਡ ਹੈਗਾ। ਟ੍ਰੇਡਸ ਦੀ ਜੇ ਗੱਲ ਕਰੀਏ ਅਸੀਂ, ਸਵਿੰਗ ਟੈਕਨੋਲੋਜੀ ਕੋਪਾ, ਸਰਫੇਸ ऑर्नामेंटेशन टेक्निक्स ਸੈਕਟਰੀਅਲ ਪ੍ਰੈਕਟਿਸ, ਡਰਾਫਟਸਮੈਨ ਸਿਵਲ, ਪੰਜਾਬੀ ਸਟੈਨੋਗ੍ਰਾਫੀ, ਡਰਾਫਟਸਮੈਨ ਮਕੈਨੀਕਲ ਇਲੈਕਟ੍ਰੋਨਿਕਸ ਮਕੈਨਿਕ, ICT ECM, basic cosmetology, electronics mechanic and computer hardware and network maintenance। ਇਹ ਸਾਰੀਆਂ ਟ੍ਰੇਡਸ ਇੱਥੇ ਚੱਲਦੀਆਂ ਨੇ। ਸੋ ਸੈਸ਼ਨ ਨਿਊ ਸਟਾਰਟ ਹੋਣ ਵਾਲਾ। ਸੋ ਜਿਹੜੇ ਤੁਹਾਡੇ ਰਿਲੇਟਿਵਸ ਹੈਗੇ ਜਾਂ ਫਰੈਂਡਸ ਹੈਗੇ, ਉਹਨਾਂ ਨੂੰ ਇਨਫੋਰਮ ਕਰੋ ITI ਮੋਹਾਲੀ ਦੇ ਵਿੱਚ ਜੇ ਕੋਈ ਆਸ-ਪਾਸ ਰਹਿੰਦਾ ਤੇ ਉੱਥੇ ਇਹਨਾਂ ਜਿਹੜੀਆਂ ਟ੍ਰੇਡਸ ਹੈਗੀਆਂ ਉਹਨਾਂ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ। ਇਸ ਤੋਂ ਇਲਾਵਾ ਇੱਕ ਬਹੁਤ ਹੀ ਇੰਪੋਰਟੈਂਟ ਜਿਹੜਾ ਹੈਗੀ ਆ, ਸਾਡੇ ਇੱਕ ਹਾਈਟੈਕ ਟ੍ਰੇਨਿੰਗ ਸਕੀਮ ਚੱਲਦੀ ਪਈ ਆ, ਜਿਹਦੇ ਵਿੱਚ ਅਸੀਂ ਜਿਹੜੇ ਬੱਚੇ ਪਾਸ ਆਊਟ ITI ਕਰ ਲੈਂਦੇ ਨੇ ਜਾਂ ਡਿਪਲੋਮਾ ਪਾਸ ਆਊਟ ਕਰ ਲੈਂਦੇ ਨੇ ਜਾਂ BTech ਪਾਸ ਆਊਟ ਕਰ ਲੈਂਦੇ ਨੇ, ਉਹਨਾਂ ਦੇ ਲਈ ਸ਼ਾਰਟ ਟਰਮ ਕੋਰਸਿਸ ਨੇ ਸਾਡੇ ਕੋਲ ਇੰਡਸਟਰੀਅਲ ਆਟੋਮੇਸ਼ਨ ਦਾ ਔਰ CNC ਪ੍ਰੋਗਰਾਮਿੰਗ ਦਾ। ਇਹਦੇ ਵਿੱਚ ਇੰਡਸਟਰੀਅਲ ਆਟੋਮੇਸ਼ਨ ਦੇ ਵਿੱਚ ਅਸੀਂ ਬੇਸਿਕ ਨਿਊਮੈਟਿਕਸ ਐਂਡ PLC ਪ੍ਰੋਗਰਾਮਿੰਗ ਕਰਵਾਉਂਦੇ ਆ। ਜਿਹੜੇ ਪਾਰਟਿਸਿਪੈਂਟਸ ਮੇਰੇ ਮਕੈਨੀਕਲ ਟ੍ਰੇਡਸ ਤੋਂ ਹੈਗੇ, ਇਲੈਕਟ੍ਰੀਕਲ ਤੋਂ ਹੈਗੇ ਜਾਂ ਇਲੈਕਟ੍ਰੋਨਿਕਸ ਤੋਂ ਹੈਗੇ, ਇੰਸਟਰੂਮੈਂਟੇਸ਼ਨ ਟੈਕਨੀਕਸ ਤੋਂ ਹੈਗੇ ਆ, ਇੰਡਸਟਰੀਅਲ ਆਟੋਮੇਸ਼ਨ ਕੋਰਸ ਉਹਨਾਂ ਲਈ ਬਹੁਤ ਸੂਟੇਬਲ ਆ। ਇਹ ਆਪਣੀ ਕੁਆਲੀਫਿਕੇਸ਼ਨ ਤੋਂ ਬਾਅਦ ਜਾਂ ITI ਪੂਰੀ ਕਰਨ ਤੋਂ ਬਾਅਦ ਤੁਸੀਂ ਮੇਰੇ ਕੋਲ ਆ ਕੇ ਇਹ ਕੋਰਸ ਉੱਥੇ ITI ਮੋਹਾਲੀ ਦੇ ਵਿੱਚ ਕਰ ਸਕਦੇ ਆ। ਕਾਫੀ ਐਡਵਾਂਸ ਕੋਰਸ ਹੈਗਾ ਔਰ ਇਹਦਾ ਕਾਫੀ ਬੈਨੀਫਿਟ ਵੀ ਹੈਗਾ। ਚਲਿਏ ਅੱਗੇ ਚੱਲਦੇ ਹਾਂ ਜੀ। ਸੋ ਸਬਜੈਕਟ ਇੰਪਲੋਏਬਿਲਿਟੀ ਸਕਿੱਲਸ ਦਾ ਜਿਵੇਂ ਤੁਹਾਨੂੰ ਪਤਾ ਹੈਗਾ, ਚੈਪਟਰ ਐਂਟਰਪ੍ਰੇਨਿਓਰਸ਼ਿਪ ਸਕਿੱਲਸ। ਐਂਟਰਪ੍ਰੇਨਿਓਰਸ਼ਿਪ ਸਕਿੱਲਸ ਦਾ ਇਹ ਟੌਪਿਕ ਆ ਜਿਹੜਾ ਪ੍ਰੋਡਕਟ ਲਾਈਫ ਸਾਈਕਲ ਹੈਗਾ ਤੇ SWOT ਐਨਾਲਿਸਿਸ ਹੈਗੇ, ਦੋਨੋਂ ਮੈਂ ਡਿਸਕਸ ਕਰਾਂਗਾ। ਸੋ ਧਿਆਨ ਚ ਰੱਖਣਾ, ਦੋ ਚੈਪਟਰ ਮੈਂ ਤੁਹਾਡੇ ਨਾਲ ਖਤਮ ਕਰ ਚੁੱਕਾ। ਸੋ ਜਿਹੜੇ ਇੰਪੋਰਟੈਂਟ ਟੌਪਿਕ ਹੈਗੇ ਆ, ਜਿਹੜੇ ਚੈਪਟਰਸ ਦੇ ਵਿੱਚ ਰਿਲੇਟਿਡ ਆ, ਉਹ ਅੱਗੇ ਮੈਂ ਸਾਰੇ ਜਾ ਕੇ ਡਿਸਕਸ ਕਰਾਂਗਾ। ਸੋ ਐਂਟਰਪ੍ਰੇਨਿਓਰਸ਼ਿਪ ਸਕਿੱਲਸ ਤੁਹਾਡਾ ਚੈਪਟਰ ਹੈਗਾ, ਉਹਦੇ ਵਿੱਚ ਪ੍ਰੋਡਕਟ ਲਾਈਫ ਸਾਈਕਲ ਐਂਡ SWOT ਐਨਾਲਿਸਿਸ ਆਪਾਂ ਅੱਜ ਡਿਸਕਸ ਕਰਨਾ। ਸੋ ਸਭ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਇੰਟਰੋਡਕਸ਼ਨ ਕਰਦੇ ਹਾਂ ਸੈਸ਼ਨ ਨੂੰ ਸਟਾਰਟ ਕਰਨ ਤੋਂ ਪਹਿਲੇ। ਜਿਹੜੇ ਮੈਂ ਤੁਹਾਡੇ ਨਾਲ ਅੱਜ ਤੱਕ ਚੈਪਟਰ ਡਿਸਕਸ ਕੀਤੇ ਹੋਏ ਆ, ਜਿਵੇਂ ਕੁਆਲਿਟੀ ਮੈਨੇਜਮੈਂਟ ਹੋ ਗਿਆ ਔਰ ਦੂਸਰਾ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਆ ਪ੍ਰੋਡਕਟਿਵਿਟੀ। ਜਿਹੜੇ ਦੋਨੋਂ ਚੈਪਟਰ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਆ, ਉਹਨਾਂ ਦੇ ਵਿੱਚ ਮੈਂ ਜਾਂ ਤਾਂ ਮੈਨੂਫੈਕਚਰਿੰਗ ਆਫ ਪ੍ਰੋਡਕਟ ਨੂੰ ਡਿਸਕਸ ਕੀਤਾ ਜਾਂ ਕੁਆਲਿਟੀ ਨੂੰ ਡਿਸਕਸ ਕੀਤਾ। ਸੋ ਜਿਹੜੇ ਇੰਟਰਨਲ ਇੰਡਸਟਰੀ ਦੀ ਫੈਕਟਰਸ ਹੈਗੇ ਨੇ ਮੇਨ, ਦੈਟ ਇਜ਼ ਪ੍ਰੋਡਕਸ਼ਨ ਐਂਡ ਕੁਆਲਿਟੀ, ਦੋ ਚੀਜ਼ਾਂ ਮੈਂ ਤੁਹਾਡੇ ਨਾਲ ਬੜੀ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕਾ। ਹੁਣ ਅਸੀਂ ਜਦੋਂ ਪ੍ਰੋਡਕਟ ਬਣਾ ਲਿਆ, ਨੈਕਸਟ ਚੈਲੰਜ ਹੈਗਾ ਮਾਰਕੀਟਿੰਗ। ਸੋ ਜੇ ਅਸੀਂ ਕਿਸੇ ਵੀ ਆਰਗੇਨਾਈਜੇਸ਼ਨ ਦੀ ਗਰੋਥ ਨੂੰ ਸਟੱਡੀ ਕਰੀਏ ਤਾਂ ਉਹਦੇ ਵਿੱਚ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। ਵਨ ਇਜ਼ ਦੀ ਪ੍ਰੋਡਕਸ਼ਨ ਆਫ ਦੀ ਪ੍ਰੋਡਕਟ, ਸੈਕਿੰਡ ਇਜ਼ ਮਾਰਕੀਟਿੰਗ। ਹੁਣ ਜਿਹੜਾ ਅਸੀਂ ਕਿਸੇ ਮਟੀਰੀਅਲ ਨੂੰ, ਕਿਸੇ ਕੰਪੋਨੈਂਟ ਨੂੰ ਪ੍ਰੋਡਿਊਸ ਕਰਦੇ ਹਾਂ, ਤਿਆਰ ਕਰਦੇ ਹਾਂ, ਉਹ ਇਟ ਮੇ ਬੀ ਈਜ਼ੀ, ਉਹ ਸੌਖਾ ਹੋ ਸਕਦਾ, ਬਟ ਜਿਹੜਾ ਮਾਰਕੀਟਿੰਗ ਹੈਗਾ ਇਟਸ ਅ ਬਿਗ ਚੈਲੰਜ। ਟੂ ਮਾਰਕੀਟ ਦੀ ਪ੍ਰੋਡਕਟ ਇਜ਼ ਨਾਟ ਸੋ ਈਜ਼ੀ। ਸੋ ਇਹਦੇ ਲਈ ਮਾਰਕੀਟਿੰਗ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਸਕਿੱਲਸ ਚਾਹੀਦੀਆਂ, ਕਈ ਤਰ੍ਹਾਂ ਦੀਆਂ ਸਟ੍ਰੈਟੇਜੀਜ਼ ਅਡਾਪਟ ਕਰਨੀਆਂ ਪੈਂਦੀਆਂ, ਪਾਲਿਸੀਜ਼ ਅਡਾਪਟ ਕਰਨੀਆਂ ਪੈਂਦੀਆਂ। ਸਾਡੇ ਕੋਲ ਬੜਾ ਸਕਿੱਲਫੁਲ ਮਾਰਕੀਟਿੰਗ ਜਿਹੜਾ ਡਿਪਾਰਟਮੈਂਟ ਹੋਣਾ ਚਾਹੀਦਾ ਆ, ਰਾਈਟ। ਇਹਦੇ ਵਿੱਚ ਕਈ ਚੀਜ਼ਾਂ ਮੈਟਰ ਕਰਦੀਆਂ। ਸੋ ਜਿਹੜਾ ਅੱਜ ਦਾ ਸਾਡਾ ਟੌਪਿਕ ਹੈਗਾ ਆ, ਉਹ ਇਹਦੇ ਨਾਲ ਹੀ ਰਿਲੇਟਿਡ ਹੈਗਾ, ਮਾਰਕੀਟਿੰਗ ਦੇ ਨਾਲ ਰਿਲੇਟਿਡ। ਸੋ ਮਾਰਕੀਟਿੰਗ ਨੂੰ ਇਹ ਜਿਹੜੇ ਟੌਪਿਕ ਹੈਗੇ ਆ ਡਿਸਕਸ ਕਰਨ ਤੋਂ ਪਹਿਲੇ ਅਸੀਂ ਇਹ ਦੇਖ ਲਈਏ ਕਿ ਮਾਰਕੀਟਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਜਿਹੜੇ ਫੈਕਟਰਸ ਹੈਗੇ, ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇਨਕਲੂਡ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਸੇਲਸ ਪ੍ਰਮੋਸ਼ਨ। ਮਾਰਕੀਟਿੰਗ ਦੇ ਲਈ ਬਹੁਤ ਜ਼ਰੂਰੀ ਹੈ ਸੇਲਸ ਪ੍ਰਮੋਸ਼ਨ।
ਮਾਰਕੀਟ ਨੂੰ ਰਿਸਰਚ ਕਰਨਾ ਬਹੁਤ ਜ਼ਰੂਰੀ ਆ, ਸੇਲਸ ਦੀਆਂ ਡਿਫਰੈਂਟ ਐਕਟੀਵਿਟੀਜ਼ ਬਹੁਤ ਜ਼ਰੂਰੀ ਆ, ਲੌਜਿਸਟਿਕ ਮਾਰਕੀਟ ਬਹੁਤ ਜ਼ਰੂਰੀ ਆ, ਕਸਟਮਰ ਦੀ ਸਰਵਿਸ ਵੀ ਮਾਰਕੀਟਿੰਗ ਦਾ ਇੱਕ ਪਾਰਟ ਹੈਗਾ, ਡਿਸਟ੍ਰੀਬਿਊਸ਼ਨ ਮੈਨੇਜਮੈਂਟ, ਮੈਂ ਕਿਹੜੇ ਤਰੀਕੇ ਦੇ ਨਾਲ ਜਿਹੜਾ ਮੇਰਾ ਐਂਡ ਕੰਜ਼ਿਊਮਰ ਹੈਗਾ ਉਹਦੇ ਤੱਕ ਸਮਾਨ ਲੈ ਕੇ ਜਾਣਾ। ਦੈਨ ਇਜ਼ 7 P's। 7 P's ਕੀ ਹੈਗੇ ਨੇ? ਇਹ ਮੇਰੇ ਜਿਹੜੇ ਪਾਰਟਿਸਿਪੈਂਟਸ ਦੇ ਵਿੱਚੋਂ ਸਪੈਸ਼ਲੀ ਸਟੂਡੈਂਟਸ ਬੈਠੇ ਹੋਏ ਆ, ਉਹਨਾਂ ਦੇ ਲਈ ਹੈਗਾ 7 P's। 7 P's ਕਈ ਵਾਰੀ ਪੇਪਰ ਦੇ ਵਿੱਚ ਆ ਜਾਂਦਾ ਆ, ਵਿਚ ਆਫ ਦੀ ਫੋਲੋਇੰਗ ਇਨਕਲੂਡਸ ਦੀ 7 P's ਆਫ ਮਾਰਕੀਟਿੰਗ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰਿਆਂ ਨੇ, प्रोडक्ट नोट कर लेना सारे ने, प्रोडक्ट, प्लेस, प्राइस, प्रमोशन, पीपल, प्रोसैस एंड फिजिकल इन्वायरमेंट। ये 7 P ऑफ मार्केटिंग ने। जदों ਇਹਦੇ ਵਿੱਚ डिस्ट्रीब्यूशन ऐड हो जाती है, कई बारी आ जाता विच ऑफ द फॉलोइंग इनकलूड्स इन दी 4 P's ऑफ मार्केटिंग। 4 P's ਦੇ ਵਿੱਚ ਜਿਹੜੇ ਮੈਂ 4 ਪਹਿਲੇ ਵਾਲੇ ਲਿਖੇ ਹੋਏ, प्रोडक्ट, प्लेस, प्राइस एंड प्रमोशन, ये ਜਿਹੜੇ 4 ਹੈਗੇ ਆ 4 P's ਨੇ। ਜਦੋਂ ਆਪਾਂ ਡਿਸਟ੍ਰੀਬਿਊਸ਼ਨ ਨੂੰ ਇਨਕਲੂਡ ਕਰ ਦਿੰਦੇ ਆ 7 P's ਹੋ ਜਾਂਦਾ, ਫਿਰ ਤੁਸੀਂ 7 P's ਨੂੰ ਲੈ ਕੇ ਚੱਲਣਾ। ਨੈਕਸਟ ਇਜ਼ ਮਾਰਕੀਟ ਸਰਵੇ। ਮਾਰਕੀਟ ਸਰਵੇ ਇਜ਼ ਵੈਰੀ ਇੰਪੋਰਟੈਂਟ ਫॉर द ग्रोथ ऑफ द इंडस्ट्री। तो ये सारियां चीज़ां ਜਿਹੜੀਆਂ मैं ਤੁਹਾਡੇ ਨਾਲ ਗੱਲ ਕੀਤੀ ਆ, सेल्स प्रमोशन हो गई, मार्केट रिसर्च हो गई, सेल्स एक्टिविटीज हो गई, लॉजिस्टिक मार्केट, कस्टमर सर्विस, डिस्ट्रीब्यूशन मैनेजमेंट एंड 7 P's, then is मार्केट सर्वे। ये सारियां चीज़ां मार्केट दे विच अपनियां मार्केटिंग डिपार्टमेंट नाल रिलेटेड ने। सो मार्केट सर्वे की जे असीं गल करते हैं, मार्केट सर्वे इज़ वेरी मच इंपॉर्टेंट। अनलैस और अंटिल कोई ऑर्गेनाइजेशन मार्केट सर्वे नहीं करती, ਉਹਨੂੰ ਕਦੀ ਵੀ ਇਹ ਨਹੀਂ ਪਤਾ ਲੱਗ ਸਕਦਾ ਕਿ ਉਹ ਕਿੱਥੇ ਸਟੈਂਡ ਕਰਦੀ ਪਈ ਆ, ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸਟ੍ਰੈਟਜੀਜ਼, ਕਿਹੜੀਆਂ-ਕਿਹੜੀਆਂ ਪਾਲਿਸੀਜ਼ ਉਹਨੂੰ ਅਡਾਪਟ ਕਰਨੀਆਂ ਪੈਣਗੀਆਂ। ਸੋ ਇਹ ਜਿਹੜੇ ਮੇਰੇ ਅੱਜ ਦੇ ਟੌਪਿਕ ਹੈਗੇ ਆ 2, ਪ੍ਰੋਡਕਟ ਲਾਈਫ ਸਾਈਕਲ ਤੇ ਜਿਹੜਾ ਦੂਸਰਾ ਟੌਪਿਕ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ SWOT, ਇਹ ਕਾਫੀ ਹੱਦ ਤੱਕ ਮਾਰਕੀਟ ਸਰਵੇ ਨਾਲ ਰਿਲੇਟਡ ਹੈਗਾ। ਸੋ ਆਪਾਂ ਸਟਾਰਟ ਕਰਦੇ ਹਾਂ। ਪਹਿਲਾ ਜਿਹੜਾ ਸਾਡਾ ਟੌਪਿਕ ਹੈਗਾ ਦੈਟ ਇਜ਼ ਪ੍ਰੋਡਕਟ ਲਾਈਫ ਸਾਈਕਲ। प्रोडक्ट लाइफ साइकिल ਨੂੰ ਸ਼ਾਰਟ ਟਰਮ ਦੇ ਵਿੱਚ ਆਪਾਂ PLC ਕਹਿ ਦਿੰਦੇ ਆ, ਪੇਪਰ ਦੇ ਵਿੱਚ ਕਈ ਵਾਰੀ ਆ ਜਾਂਦਾ what is the full form of PLC, that is product life cycle, right? so product life cycle ਇਹਦੀ full form ਹੈਗੀ ਆ। ਹੁਣ ਅਸੀਂ ਦੇਖਦੇ ਹਾਂ PLC ਕੀ ਹੈਗਾ। ਇਹ ਇੱਕ ਮਾਰਕੀਟਿੰਗ ਸਟ੍ਰੈਟਜੀ ਹੈ। ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਵੀ ਜਿਹੜੇ ਅੱਜ ਦੇ ਅਸੀਂ ਟੌਪਿਕ ਕਵਰ ਕਰਨੇ ਆ ਉਹ ਮਾਰਕੀਟਿੰਗ ਸਟ੍ਰੈਟਜੀਜ਼ ਨੂੰ ਹੀ ਆਪਾਂ ਧਿਆਨ ਦੇ ਵਿੱਚ ਰੱਖ ਕੇ ਕਰਨੇ। ਸੋ ਜਿਹੜਾ ਪ੍ਰੋਡਕਟ ਲਾਈਫ ਸਾਈਕਲ ਹੈ, ਇਟਸ ਏ ਮਾਰਕੀਟਿੰਗ ਸਟ੍ਰੈਟਜੀ। ਦਿਸ ਕਨਸੈਪਟ ਮੇ ਅਪਲਾਈ ਔਨ ਦੀ ਬ੍ਰਾਂਡ, ਕਿਸੇ ਵੀ ਬ੍ਰਾਂਡ ਦੇ ਉੱਤੇ ਅਪਲਾਈ ਕਰ ਸਕਦੇ ਹਾਂ ਆਪਾਂ, ਜਾਂ ਅਸੀਂ ਕੈਟਾਗਰੀ ਆਫ ਪ੍ਰੋਡਕਟਸ ਦੇ ਉੱਤੇ ਕਿਤੇ ਵੀ ਇਹਨੂੰ ਅਪਲਾਈ ਕਰ ਸਕਦੇ ਹਾਂ। ਇਹਦੀਆਂ ਕਿੰਨੀਆਂ ਸਟੇਜਿਸ ਹੁੰਦੀਆਂ ਨੇ, ਅੱਗੇ ਜਾ ਕੇ ਅਸੀਂ ਡਿਸਕਸ ਕਰਦੇ ਹਾਂ ਕਿਹੜੀਆਂ-ਕਿਹੜੀਆਂ ਸਟੇਜਿਸ ਹੋ ਸਕਦੀਆਂ ਨੇ। ਸੋ ਰੈਵਨਿਊ ਕਿਹੜੇ ਤਰੀਕੇ ਨਾਲ, ਕੋਈ ਵੀ ਪ੍ਰੋਡਕਟ ਅਸੀਂ ਜਿਲੇ ਪ੍ਰੋਡਿਊਸ ਕਰ ਦਿੱਤਾ, ਜਦੋਂ ਅਸੀਂ ਮੈਨੂਫੈਕਚਰ ਕਰ ਦਿੱਤਾ, ਜਦੋਂ ਉਹਨੂੰ ਮਾਰਕੀਟ ਦੇ ਵਿੱਚ ਫਲੋਟ ਕਰ ਦਿੱਤਾ, ਮਾਰਕੀਟ ਦੇ ਵਿੱਚ ਇੰਟਰੋਡਿਊਸ ਕਰ ਦਿੱਤਾ, ਮਾਰਕੀਟ ਦੇ ਵਿੱਚ ਥਰੋ ਕਰ ਦਿੱਤਾ, ਤੇ ਉਹ ਜਿਹੜਾ ਪ੍ਰੋਡਕਟ ਹੈਗਾ ਉਹਨੇ ਕਿੰਨੀ ਦੇਰ ਮਾਰਕੀਟ ਦੇ ਵਿੱਚ ਸਟੇ ਕਰਨਾ ਹੈ, ਕਿਹੜੀ-ਕਿਹੜੀ ਸਟੇਜ ਦੇ ਉੱਤੇ ਕਿੰਨਾ ਉਹਨੇ ਰੈਵਨਿਊ ਜਨਰੇਟ ਕੀਤਾ, ਕਿੰਨਾ ਪੈਸਾ ਕੰਪਨੀ ਦੇ ਲਈ ਲੈ ਕੇ ਆਇਆ ਆ। ਸੋ ਇਹ ਪ੍ਰੋਡਕਟ ਲਾਈਫ ਸਾਈਕਲ ਤੋਂ ਸਾਨੂੰ ਪਤਾ ਲੱਗਦਾ, ਰਾਈਟ? ਕੀ ਚੀਜ਼ਾਂ ਪਤਾ ਲੱਗਦੀਆਂ? ਬਹੁਤ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕੀਤਾ। ਜਦੋਂ ਅਸੀਂ ਕੋਈ ਪ੍ਰੋਡਕਟ ਤਿਆਰ ਕਰਕੇ ਮਾਰਕੀਟ ਦੇ ਵਿੱਚ ਫਲੋਟ ਕਰ ਦਿੱਤਾ, ਮਾਰਕੀਟ 'ਚ ਇੰਟਰੋਡਿਊਸ ਕਰ ਦਿੱਤਾ, ਉਹ ਕਿੰਨੀ ਦੇਰ ਮਾਰਕੀਟ ਦੇ ਵਿੱਚ ਸਟੇ ਰਿਹਾ, ਕਿੰਨੀ ਦੇਰ ਆਪਾਂ ਉਹਨੂੰ ਸਸਟੇਨ ਕਰਕੇ ਰੱਖਿਆ, ਔਰ ਅਲੱਗ-ਅਲੱਗ ਪੜਾਅ ਦੇ ਉੱਤੇ ਉਹਨੇ ਕਿੰਨਾ ਰੈਵਨਿਊ ਇੰਡਸਟਰੀ ਦੇ ਲਈ, ਆਰਗੇਨਾਈਜੇਸ਼ਨ ਦੇ ਲਈ ਜਨਰੇਟ ਕੀਤਾ, ਇਹ ਸਾਨੂੰ ਪ੍ਰੋਡਕਟ ਲਾਈਫ ਸਾਈਕਲ ਤੋਂ ਪਤਾ ਲੱਗਦਾ। ਸੋ ਟਾਈਮ ਟੂ ਟਾਈਮ ਜਿੱਦਾਂ ਰੈਵਨਿਊ ਕਲੈਕਸ਼ਨ ਹੁੰਦੀ ਆ, ਉਸ ਤਰੀਕੇ ਦੇ ਨਾਲ ਮਾਰਕੀਟ ਦੀਆਂ ਜਿਹੜੀਆਂ ਅਲੱਗ ਮਾਰਕੀਟਿੰਗ ਦੀਆਂ ਪਾਲਿਸੀਜ਼ ਨੂੰ ਚੇਂਜ ਕਰਨ ਦੇ ਵਿੱਚ ਸਾਡੀ ਹੈਲਪ ਕਰਦਾ ਕਿ ਸਾਨੂੰ ਇਸ ਸਟੇਜ ਦੇ ਉੱਤੇ ਕਿਹੜੀ ਮਾਰਕੀਟਿੰਗ ਸਟ੍ਰੈਟਜੀ ਚਾਹੀਦੀ ਹੈ, ਕਿਹੜੀ ਮਾਰਕੀਟ ਪਾਲਿਸੀ ਆਪਾਂ ਅਡਾਪਟ ਕਰਨੀ ਆ, ਤਾਂ ਜੋ ਜਿਹੜਾ ਪ੍ਰੋਡਕਟ ਹੈਗਾ ਆ ਉਹ ਜ਼ਿਆਦਾ ਤੋਂ ਜ਼ਿਆਦਾ ਰੈਵਨਿਊ ਕਲੈਕਸ਼ਨ ਕਰਦਾ ਰਹੇ। ਸੋ ਇਹ ਫਟਾਫਟ ਇਹਨੂੰ ਰਿਵਿਊ ਕਰਦੇ ਆ ਸਲਾਈਡ ਨੂੰ। ਮਾਰਕੀਟਿੰਗ ਸਟ੍ਰੈਟਜੀ ਆ। ਸੋ ਇਹ ਜਿਹੜਾ ਪ੍ਰੋਡਕਟ ਲਾਈਫ ਸਾਈਕਲ ਹੈ, ਇਹ ਬ੍ਰਾਂਡ ਤੇ ਜਾਂ ਕੈਟਾਗਰੀ ਆਫ ਪ੍ਰੋਡਕਟ ਦੇ ਉੱਤੇ ਅਪਲਾਈ ਹੁੰਦਾ। ਕਿੰਨੀਆਂ ਹੀ ਇਹਦੀਆਂ ਸਟੇਜਿਸ ਨੇ, ਅੱਗੇ ਜਾ ਕੇ ਡਿਸਕਸ ਕਰਦੇ ਕਿਹੜੀਆਂ-ਕਿਹੜੀਆਂ ਹੈਗੀਆਂ। ਸੋ ਇਹਦੇ ਨਾਲ ਸਾਨੂੰ ਡਿਫਰੈਂਟ ਸਟੇਜਿਸ ਦੇ ਉੱਤੇ ਕਿੰਨਾ ਉਹਨੇ ਰੈਵਨਿਊ ਜਨਰੇਟ ਕੀਤਾ ਹੈ ਕਿਸੇ ਪ੍ਰੋਡਕਟ ਨੇ, ਸਾਨੂੰ ਪਤਾ ਲੱਗਦਾ ਆ। ਸੋ ਟਾਈਮ ਟੂ ਟਾਈਮ ਕਿਹੜੀਆਂ-ਕਿਹੜੀਆਂ ਆਪਾਂ ਪਾਲਿਸੀਜ਼ ਮਾਰਕੀਟਿੰਗ ਦੀਆਂ ਅਡਾਪਟ ਕਰਨੀਆਂ ਨੇ, ਇਹ ਵੀ ਸਾਨੂੰ ਪ੍ਰੋਡਕਟ ਲਾਈਫ ਸਾਈਕਲ ਤੋਂ ਪਤਾ ਲੱਗਦਾ।
ਹੁਣ ਅਸੀਂ ਗੱਲ ਕਰਦੇ ਹਾਂ ਕਿਹੜੀਆਂ ਸਟੇजेस ਪ੍ਰੋਡਕਟ ਸਾਈਕਲ ਦੇ ਵਿੱਚ ਇਨਕਲੂਡ ਨੇ। ਸੋ ਤੁਹਾਡੇ ਸਾਹਮਣੇ ਮੈਂ ਇੱਕ ਲਿਖਿਆ ਹੋਇਆ ਪ੍ਰੋਡਕਟ ਡਿਵੈਲਪਮੈਂਟ। ਸਭ ਤੋਂ ਪਹਿਲੇ ਇੰਡਸਟਰੀ ਦੇ ਵਿੱਚ ਪ੍ਰੋਡਕਟ ਡਿਵੈਲਪ ਹੋਏਗਾ, ਉਹਦੀ R&D ਹੋਏਗੀ, ਉਹਦਾ ਡਿਜ਼ਾਈਨ ਹੋਏਗਾ, ਡਿਜ਼ਾਈਨ ਹੋਣ ਤੋਂ ਬਾਅਦ ਉਹਦੀ ਪ੍ਰੋਡਕਸ਼ਨ ਕੀਤੀ ਜਾਏਗੀ, ਟਰਾਇਲ ਪ੍ਰੋਡਕਸ਼ਨ ਜਿਹਨੂੰ ਕਹਿੰਦੇ ਆ, ਕਰਕੇ ਦੇਖਿਆ ਜਾਣਾ। ਟਰਾਇਲ ਪ੍ਰੋਡਕਸ਼ਨ ਕਰਨ ਤੋਂ ਬਾਅਦ ਅਸੀਂ ਥੋੜੇ ਜਿਹੇ ਪੀਸਿਸ ਹੋਰ ਤਿਆਰ ਕਰਾਂਗੇ। ਤਿਆਰ ਕਰਨ ਤੋਂ ਬਾਅਦ ਉਹਦੀ ਕੁਆਲਿਟੀ ਚੈੱਕ ਹੋਏਗੀ, ਕੁਆਲਿਟੀ ਚੈੱਕ ਹੋਣ ਤੋਂ ਬਾਅਦ ਉਹਦੀ ਕੁਆਲਿਟੀ ਐਸ਼ੋਰੈਂਸ ਹੋਏਗੀ, ਕੁਆਲਿਟੀ ਐਸ਼ੋਰੈਂਸ ਹੋਣ ਤੋਂ ਬਾਅਦ ਉਹਦੇ ਵਿੱਚ ਜਿਹੜੇ ਸੇਫਟੀ ਫੈਕਟਰ ਆ ਉਹ ਅਸੀਂ ਚੈੱਕ ਕਰਾਂਗੇ। ਇਹ ਪ੍ਰੋਡਕਟ ਡਿਵੈਲਪਮੈਂਟ ਦੀਆਂ ਸਾਰੇ ਜਿਹੜੀਆਂ ਪ੍ਰੋਸੈਸਿਸ ਨੇ ਜਿਹੜੇ ਮੈਂ ਨਾਮ ਲਏ ਕੀ ਹੈਗੇ। ਸਭ ਤੋਂ ਪਹਿਲਾਂ ਉਹਦਾ ਡਿਜ਼ਾਈਨ ਹੋਇਆ, ਉਹਦੇ ਤੇ R&D ਹੋਈ, R&D ਹੋਣ ਤੋਂ ਬਾਅਦ ਆਪਾਂ ਉਹ ਪ੍ਰੋਡਕਟ ਨੂੰ ਡਿਵੈਲਪ ਕੀਤਾ, ਉਹਦੀ ਪ੍ਰੋਡਕਸ਼ਨ ਕਰਕੇ ਦੇਖੀ, ਪ੍ਰੋਡਕਸ਼ਨ ਕਰਨ ਤੋਂ ਬਾਅਦ ਉਹਦੀ ਕੁਆਲਿਟੀ ਚੈੱਕ ਕੀਤੀ, ਕੁਆਲਿਟੀ ਚੈੱਕ ਕਰਨ ਤੋਂ ਬਾਅਦ ਉਹਦੀ ਕੁਆਲਿਟੀ ਐਸ਼ੋਰੈਂਸ ਦੇਖੀ, ਉਹਦੇ ਸੇਫਟੀ ਫੈਕਟਰਸ ਦੇਖੇ। ਸੋ ਹੁਣ ਅਸੀਂ ਇਹ ਜਿਹੜਾ ਪ੍ਰੋਡਕਟ ਡਿਵੈਲਪਮੈਂਟ ਸਟੇਟ ਹੈਗੀ ਆ, ਜਾਂ ਇਹ ਜਿਹੜਾ ਮੈਂ ਤੁਹਾਡੇ ਨਾਲ ਪ੍ਰੋਡਕਟ ਡਿਵੈਲਪਮੈਂਟ ਦਾ ਨਾਮ ਲੈ ਰਿਹਾ, ਇਹ ਇੰਟਰਨਲ ਇੰਡਸਟਰੀਅਲ ਫੈਕਟਰ ਨੇ, ਇੰਡਸਟਰੀ ਦੇ ਵਿੱਚ ਹੀ ਹੈ, ਹਲੇ ਅਸੀਂ ਪ੍ਰੋਡਕਟ ਨੂੰ ਚੱਕ ਕੇ ਲਾਂਚ ਨਹੀਂ ਕੀਤਾ, ਰਾਈਟ। ਹੁਣ ਜਿੱਦਾਂ ਹੀ ਮੇਰਾ ਪ੍ਰੋਡਕਟ ਤਿਆਰ ਹੋ ਗਿਆ, ਮੈਂ ਦੇਖ ਲਿਆ ਉਹ ਸੈਟਿਸਫਾਈਡ ਹੈ, ਮੇਰੀ ਰਿਕੁਆਇਰਮੈਂਟਸ ਦੇ ਹਿਸਾਬ ਨਾਲ ਤਿਆਰ ਹੋ ਗਿਆ, ਜਿਹੜਾ ਮੇਰਾ ਕਸਟਮਰ ਆ ਉਹਦੀ ਰਿਕੁਆਇਰਮੈਂਟਸ ਨੂੰ ਫੁੱਲਫਿਲ ਕਰਦਾ ਪਿਆ, ਸੇਫਟੀ ਫੈਕਟਰਸ ਉਹਦੇ ਸਾਰੇ ਠੀਕ ਨੇ, ਸੈਟਿਸਫਾਈਡ ਹੈਗਾ, ਫਿਰ ਮੈਂ ਆਪਣੇ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਇੰਟਰੋਡਿਊਸ ਕਰਾਂਗਾ। ਦਿਸ ਸਟੇਜ ਇਜ਼ ਨੋਨ ਐਜ਼ ਇੰਟਰੋਡਕਸ਼ਨ ਸਟੇਜ, ਦੈਨ ਇਜ਼ ਗਰੋਥ ਸਟੇਜ, ਮੈਚਿਓਰਿਟੀ ਸਟੇਜ ਐਂਡ ਡਿਕਲਾਈਨ ਸਟੇਜ। ਪੇਪਰ ਦੇ ਵਿੱਚ ਕਈ ਵਾਰੀ ਕੁਐਸਚਨ ਆ ਜਾਂਦਾ ਕਿ ਪ੍ਰੋਡਕਟ ਲਾਈਫ ਸਾਈਕਲ ਦੀਆਂ ਕਿੰਨੀਆਂ ਸਟੇजेस ਨੇ। ਸੋ ਮੈਂ ਪਿੱਛੇ ਪੇਪਰ ਦੇ ਵਿੱਚ ਵੀ ਇਹ ਕੁਐਸਚਨ ਦੇਖਿਆ ਸੀਗਾ, ਆਇਆ ਹੋਇਆ ਸੀਗਾ, ਪ੍ਰੋਡਕਟ ਲਾਈਫ ਸਾਈਕਲ ਦੀਆਂ ਕਿੰਨੀਆਂ ਸਟੇजेस ਨੇ। ਉਹਦੇ ਵਿੱਚ ਆਪਸ਼ਨ ਸੀਗੀਆਂ 3, 4, 5 ਜਾਂ 6। ਇਹਦੇ ਵਿੱਚ ਜਿਹੜੀ ਆਪਸ਼ਨ ਸੀ ਐਗਜ਼ਾਮੀਨਰ ਨੇ 4 ਔਰ 5 ਦੋਨਾਂ ਨੂੰ ਓਕੇ ਕੀਤਾ ਹੋਇਆ ਸੀ, ਕਿਉਂਕਿ ਪਹਿਲਾਂ ਅਸੀਂ 5 ਸਟੇजेस ਲੈ ਕੇ ਚੱਲਦੇ ਸੀ, ਪ੍ਰੋਡਕਟ ਡਿਵੈਲਪਮੈਂਟ ਨੂੰ ਵਿੱਚ ਇਨਕਲੂਡ ਕਰਦੇ ਸੀਗੇ। ਦੂਸਰੇ ਨੰਬਰ ਤੇ ਇੰਟਰੋਡਕਸ਼ਨ ਸਟੇਜ ਲੈਂਦੇ ਸੀ, ਫਿਰ ਗਰੋਥ ਸਟੇਜ, ਫਿਰ ਮੈਚਿਓਰਿਟੀ ਸਟੇਜ, ਫਿਰ ਡਿਕਲਾਈਨ ਸਟੇਜ। ਅੱਜ ਦੀ ਡੇਟ ਦੇ ਵਿੱਚ ਡਿਵੈਲਪਮੈਂਟ ਜਿਹੜੀ ਪ੍ਰੋਡਕਟ ਡਿਵੈਲਪਮੈਂਟ ਹੈਗੀ ਪ੍ਰੋਡਕਟ ਦੀ, ਉਹਨੂੰ ਆਪਾਂ ਇੰਡਸਟਰੀਅਲ ਇੰਟਰਨਲ ਫੈਕਟਰ ਲੈ ਕੇ ਚੱਲਦੇ ਆ। ਜਿਹੜੇ ਮਾਰਕੀਟਿੰਗ ਦੇ ਲਈ ਆਪਾਂ ਉਹਨੂੰ ਥਰੋ ਕਰ ਦਿੱਤਾ ਮਾਰਕੀਟ ਦੇ ਵਿੱਚ, ਫਿਰ ਪ੍ਰੋਡਕਟ ਲਾਈਫ ਸਾਈਕਲ ਦੀਆਂ ਆਪਾਂ 4 ਸਟੇजेस ਲੈ ਕੇ ਚੱਲਦੇ ਆ, ਇੰਟਰੋਡਕਸ਼ਨ ਸਟੇਜ, ਗਰੋਥ ਸਟੇਜ, ਮੈਚਿਓਰਿਟੀ ਸਟੇਜ ਐਂਡ ਡਿਕਲਾਈਨ ਸਟੇਜ। ਸੋ ਦੀ ਰਾਈਟ ਆਨਸਰ ਜਿਹੜਾ ਆਪਾਂ ਕਰਦੇ ਆ ਉਹ 4 ਆਪਾਂ ਕਰੀਏ ਤਾਂ ਜ਼ਿਆਦਾ ਅਪਰੋਪਰੀਏਟ ਹੈਗਾ ਆ, ਕਿਉਂਕਿ ਇਹ ਮਾਰਕੀਟਿੰਗ ਸਟ੍ਰੈਟਜੀ ਦੇ ਨਾਲ related ਹੈਗਾ। So we have to choose that a product life cycle has 4 stages. One is introduction stage, growth stage, maturity stage and decline stage, right? चलते हैं ਅਸੀਂ। देखो मैं ਪਹਿਲਾਂ product development ਦੀ ਤੁਹਾਡੇ ਨਾਲ ਗੱਲ ਕਰਦਾ ਹਾਂ। product development ਦੀ ਜਦੋਂ ਮੈਂ ਗੱਲ ਕੀਤੀ ਸੀ ਪਿਛਲੀ ਸਲਾਈਡ ਤੇ ਵੀ ਮੈਂ ਤੁਹਾਨੂੰ ਇਹ ਕਿਹਾ ਸੀਗਾ ਵੀ ਪਹਿਲੇ ਉਹ ਡਿਜ਼ਾਈਨ ਹੋਏਗਾ, डिजाइन हो रहा, फिर उन्होंने मैन्युफैक्चर करके देखणगे, ਉਹਦੇ ਚ वेरियस क्वालिटी पैरामीटर्स चेक करनगे। तो डेवलपमेंट स्टेज ਜਿਹੜੀ ਹੈਗੀ ਆ ਉਹਨੂੰ ਇਨਕੂਬੇਸ਼ਨ ਸਟੇਜ ਕਿਹਾ ਜਾਂਦਾ। ਸਾਰੇ ਪਾਰਟਿਸਿਪੈਂਟਸ ਜਿਹੜੇ ਮੇਰੇ ਬੈਠੇ ਹੋਏ ਨੇ ਸਟੂਡੈਂਟਸ ਖਾਸ ਕਰਕੇ ਉਹ ਨੋਟ ਕਰਨਗੇ ਕਿ ਪ੍ਰੋਡਕਟ ਡਿਵੈਲਪਮੈਂਟ ਨੂੰ ਆਪਾਂ ਇਨਕੂਬੇਸ਼ਨ ਸਟੇਜ ਕਹਿੰਦੇ ਆ। ਹੁਣ ਇਨਕੂਬੇਸ਼ਨ ਦਾ ਕੀ ਮਤਲਬ ਆ, ਰਾਈਟ? ਹੁਣ ਦੇਖੋ ਜਿਹੜਾ ਪ੍ਰੀ ਮੈਚੁਰ ਬੇਬੀ ਜਦੋਂ ਬਰਥ ਲੈਂਦਾ ਆ ਉਹਨੂੰ ਹਸਪੀਟਲ ਦੇ ਵਿੱਚ ਇੱਕ ਛੋਟੇ ਜਿਹੇ ਇਕਵਿਪਮੈਂਟ ਦੇ ਵਿੱਚ ਰੱਖਦੇ ਨੇ, ਉਹਨੂੰ ਆਪਾਂ ਇਨਕੂਬੇਟਰ ਕਹਿੰਦੇ ਆ, ਕਿਉਂਕਿ ਉਹ ਪੂਰੀ ਤਰ੍ਹਾਂ ਹਲੇ ਮੈਚੁਰ ਨਹੀਂ ਹੋਇਆ ਹੁੰਦਾ, ਇਸ ਕਰਕੇ ਉਹਨੂੰ ਇਨਵਾਇਰਨਮੈਂਟ ਕਿਸੇ ਹੋਰ ਤਰੀਕੇ ਦਾ ਚਾਹੀਦਾ, ਉਹਨੂੰ ਇਨਕੂਬੇਟਰ 'ਚ ਰੱਖਿਆ ਜਾਂਦਾ। ਸੋ ਇਹ ਵਾਲੀ ਸਟੇਜ ਜਿਹੜੀ ਹੈਗੀ ਆ ਪ੍ਰੋਡਕਟ ਡਿਵੈਲਪਮੈਂਟ ਸਟੇਜ, ਬਿਕੋਜ਼ ਇੰਡਸਟਰੀ ਦੇ ਅੰਦਰ ਹੀ ਹਲੇ ਉਹਨੂੰ ਰੱਖਿਆ ਜਾ ਰਿਹਾ, ਇਸ ਕਰਕੇ ਇਹਨੂੰ ਇਨਕੂਬੇਸ਼ਨ ਸਟੇਜ ਕਿਹਾ ਜਾਂਦਾ। ਸਾਰੇ ਜਣੇ ਨੋਟ ਕਰਨਗੇ ਇਨਕੂਬੇਸ਼ਨ ਸਟੇਜ। ਸੋ ਦੀ ਪ੍ਰੋਡਕਟ ਡਿਵੈਲਪਮੈਂਟ ਸਟੇਜ ਇਜ਼ ਨੋਨ ਐਜ਼ ਇਨਕੂਬੇਸ਼ਨ ਸਟੇਜ, ਰਾਈਟ? ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੇਲ ਨਹੀਂ ਹੈ, ਓਬਵੀਅਸ ਆ, ਕਲੀਅਰ ਆ ਮੇਰੀ ਗੱਲ ਤੋਂ ਵੀ ਇਹ ਮੈਂ ਹਲੇ ਡਿਵੈਲਪ ਹੀ ਕਰ ਰਿਹਾ ਤਾਂ ਸੇਲ ਦਾ ਤਾਂ ਮਤਲਬ ਹੀ ਕੋਈ ਨਹੀਂ ਹੈਗਾ। ਆਰਗੇਨਾਈਜੇਸ਼ਨ ਪ੍ਰਪੇਅਰਸ ਟੂ ਇੰਟਰੋਡਿਊਸ ਦੀ ਪ੍ਰੋਡਕਟ। ਹੁਣ ਇਹਦੇ ਵਿੱਚ ਜਿਹੜੀ ਇੰਡਸਟਰੀ ਹੈਗੀ ਆ, ਆਰਗੇਨਾਈਜੇਸ਼ਨ ਹੈਗੀ, ਆਪਣੇ ਆਪ ਨੂੰ ਤਿਆਰ ਕਰਦੀ ਆ ਵੀ ਮੈਂ ਕਿਹੜੇ ਤਰੀਕੇ ਦੇ ਨਾਲ ਆਪਣਾ ਪ੍ਰੋਡਕਟ ਮਾਰਕੀਟ ਦੇ ਵਿੱਚ ਲਾਂਚ ਕਰਨਾ, ਕਿਹੜੀਆਂ ਮੈਂ ਪਾਲਿਸੀਜ਼ ਅਡਾਪਟ ਕਰਾਂਗਾ, ਕਿਹੜੀਆਂ ਮੈਂ ਸਟ੍ਰੈਟਜੀਜ਼ ਅਡਾਪਟ ਕਰਾਂਗਾ, ਡਿਸਟ੍ਰੀਬਿਊਸ਼ਨ ਮੈਂ ਕਿਹੜੇ ਤਰੀਕੇ ਦੇ ਨਾਲ ਕਰਨੀ ਆ, ਲੌਜਿਸਟਿਕ ਮੈਂ ਕਿਹੜੇ ਤਰੀਕੇ ਦੇ ਨਾਲ ਕਰਨੀ ਆ, ਰਾਈਟ? ਕਿੰਨਾ ਇਹਦਾ ਪ੍ਰਾਈਸ ਰੱਖਿਆ ਜਾਏਗਾ, ਕਿਹੜੀ ਜਗ੍ਹਾ ਦੇ ਉੱਤੇ ਕਿੰਨਾ ਮੈਂ ਪ੍ਰੋਡਕਟ ਦੇਣਾ ਆ ਇਨੀਸ਼ੀਅਲ ਸਟੇਜਿਸ ਦੇ ਉੱਤੇ। ਸੋ ਇਹ ਬੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ, 3-4 ਜੇ ਮੈਂ ਗੱਲ ਕਰਕੇ ਚੱਲਾਂ, ਰਾਈਟ? ਸੋ ਇਨਕੂਬੇਸ਼ਨ ਸਟੇਜ ਆਪਾਂ ਕਹਿ ਦਿੰਦੇ ਆ, ਨੋ ਸੇਲਸ ਕਹਿ ਦਿੰਦੇ ਆ, ਐਂਡ ਦੀ ਆਰਗੇਨਾਈਜੇਸ਼ਨ ਪ੍ਰੀਪੇਅਰ ਟੂ ਇੰਟਰੋਡਿਊਸ ਦੀ ਪ੍ਰੋਡਕਟ, ਉਹਦੇ ਲਈ ਤਿਆਰੀਆਂ ਕਰ ਰਹੀ ਹੈ ਇਸ ਵੇਲੇ, ਰਾਈਟ? ਸੋ ਅਸੀਂ ਅੱਗੇ ਚੱਲਦੇ ਹਾਂ, ਦੈਟ ਇਜ਼ ਮਾਈ
इंट्रोडक्शन स्टेज मैं पहले भी तुहानू गल कीती सी इंट्रोडक्शन स्टेज दी सब तो पहली जिहड़ी स्टेज हैगी है मार्केटिंग दे विच इनकलूड हुंदी है दैट इज इंट्रोडक्शन स्टेज। मैं अपने प्रोडक्ट जिहड़ा इंडस्ट्री दे विच मैं चैक कर लिया भी सही तैयार हो गया उन्होंने मैं मार्केट दे विच इंट्रोड्यूस करवाना। हुण जदों मैं मार्केट दे विच अपना प्रोडक्ट पहली बारी लैके जाना है उदों जिहड़े मेरे कस्टमर्स हैगे आ उहदे तो अवेयर नहीं है ना उन्होंने मेरे प्रोडक्ट दीयां क्वालिटीज़ बारे नॉलेज हैगी है। सो कस्टमर को कुछ नहीं पता भी मार्केट दे विच कोई इदां दा प्रोडक्ट आया एकदम तो किसी को पता नहीं लगना। सो उहदे बेनीफिट्स की ने किहड़ा प्रोडक्ट हैगा आ उहदियां स्पैसीफिकेशनस की हैगियां कस्टमर को नहीं पता हुंदा। जे हुण नहीं पता हैगा ते सानू की करना पएगा राइट एडवरटाइजमेंट करनी पएगी। एडवरटाइजमेंट करांगे तां जो जिहड़ा मेरा कस्टमर हैगा आ उहनूं मेरे प्रोडक्ट बारे पता लग जाए राइट। हुण कस्टमर नूं पता कराउण दे लई जां उहनूं नॉलेज देण दे लई मैं एडवरटाइजमेंट कीती। हुण जदों आपां रिटेलर जिहड़े हैगे जिहड़े शॉपकीपर हैगे वो भी साडा प्रोडक्ट नहीं लै रहे क्योंकि उन्हां नूं कोई इंटरस्ट ही नहीं है कस्टमर ज़्यादा उहदे बारे पुछदे नहीं पे। सानूं की करना पऊगा खुद डिस्ट्रीब्यूट करना पऊगा रिटेलर्स दे कोल अपना समान खुद लैके जाना पएगा। सो इहदे च डिस्ट्रीब्यूशन कॉस्ट इनकलूड होगी। हुण आपां डिस्ट्रीब्यूट किस लालच लई करदे आ तां जो जिहड़े कस्टमर्स हैगे आ जल्दी जल्दी साडा जिहड़ा मटीरियल हैगा उहदे बारे पुछना शुरू कर देण और उहनूं खरीदना शुरू कर देण राइट। इस करके आपां डिस्ट्रीब्यूशन अपने एंड ते कीती है। हुण डिस्ट्रीब्यूशन कॉस्ट एक इनकलूड होगी एक एडवरटाइजमेंट कॉस्ट इनकलूड होगी एक प्रमोशनल एक्सपेंसिस साडे ते पै गई। ਇਹ ਜਿਹੜੀ ਇੰਟਰੋਡਕਸ਼ਨ ਸਟੇਜ ਹੈਗੀ ਆ ਇਹਦੇ ਵਿੱਚ ਕਸਟਮਰ ਨੂੰ ਅਵੇਅਰ ਕਰਨ ਦੇ ਲਈ ਰਿਟੇਲਰ ਨੂੰ ਇਨਵੋਲਵ ਕਰਨ ਦੇ ਲਈ ਸਾਡੇ ਉੱਤੇ ਕਿਹੜੀ ਕਿਹੜੀ ਕਾਸਟ ਪਈ ਐਡਵਰਟਾਈਜ਼ਮੈਂਟ ਕਾਸਟ ਪਈ ਰਾਈਟ ਡਿਸਟ੍ਰੀਬਿਊਸ਼ਨ ਕਾਸਟ ਪਈ ਤੇ ਪ੍ਰਮੋਸ਼ਨ ਕਾਸਟ ਪਈ। ਸੋ ਜਿਹੜਾ ਸੇਲ ਵੋਲੀਅਮ ਆ ਉਹ ਬਹੁਤ ਘੱਟ ਹੈਗਾ ਰਾਈਟ। ਹੁਣ ਤਿੰਨ ਚੀਜ਼ਾਂ ਹੋ ਗਈਆਂ ਐਡਵਰਟਾਈਜ਼ਮੈਂਟ ਕਾਸਟ ਡਿਸਟ੍ਰੀਬਿਊਸ਼ਨ ਕਾਸਟ ਜਾਂ ਉਹਨੂੰ ਪ੍ਰਮੋਸ਼ਨ ਜਿਹੜੀ ਪ੍ਰਮੋਸ਼ਨਲ ਐਕਸਪੈਂਸਿਸ ਨੂੰ ਨਾਲ ਇਨਕਲੂਡ ਕਰ ਦੋ। ਤਿੰਨ ਤਰ੍ਹਾਂ ਦੇ ਖਰਚੇ ਕੰਪਨੀ ਦੇ ਉੱਤੇ ਪੈ ਗਏ पर सेल वॉल्यूम जिहड़ा हैगा वो बहुत घट आ इस करके कंपनी नूं ज़्यादा प्रॉफिट नहीं आंदा इस करके इस स्टेज नूं नैगेटिव प्रॉफिट स्टेज कहा जाता राइट। हुण गल की है तुहानूं क्वेश्चन की आ सकदा इंट्रोडक्शन स्टेज इज आल्सो कॉल्ड नैगेटिव प्रॉफिट स्टेज ये याद रखना सारिਆਂ ने। और पूछा जा सकदा तुहाडे कोल कि उहनूं नैगेटिव प्रॉफिट स्टेज ही क्यों कहा जाता क्यों कहा जाता ਉਹਦੇ फैक्टर्स ਤੁਹਾਡੇ ਕੋਲ ਪੁੱਛ ਸਕਦੇ ਕਿ लो सेल वॉल्यूम हैगा ਤਾਂ ਕਰਕੇ कि ਇਹ डिस्ट्रीब्यूशन कॉस्ट इनकलूड होगी ਸਾਡੀ ਤਾਂ ਕਰਕੇ राइट। सो ਇਹਨਾਂ ਗੱਲਾਂ ਕਰਕੇ ਸਾਡੀ ਜਿਹੜੀ ਕਾਸਟ ਹੈਗੀ ਆ ਉਹ ਜਿਹੜੀ ਆ ਵੱਧ ਗਈ। ਇੱਕ ਸਕਿੰਟ ਨੈਕਸਟ ਸਟਾਰਟ ਕਰਦੇ ਹਾਂ। ਸੋ ਇੰਨਾ ਸਾਨੂੰ ਕਲੀਅਰ ਹੋ ਗਿਆ ਕਿ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਉਹਦੇ ਉੱਪਰ ਤਿੰਨ ਤਰ੍ਹਾਂ ਦੇ ਖਰਚੇ ਪੈ ਗਏ। वन इज एडवरटाइजमेंट खर्चा डिस्ट्रीब्यूशन खर्चा प्रमोशनल एक्सपेंसिव। सेल है नहीं इस करके जहाँ सेल बहुत घट हैगी नैगेटिव प्रॉफिट स्टेज कहा जाता है। सारे जो मेरे पार्टिसिपेंट्स ने ਜਾਂ ਜਿਹੜੇ मेरे स्टूडेंट्स ने उन्होंने नोट करनी है। नैक्सट चलते हैं। सो इंट्रोडक्शन स्टेज ਨੂੰ ਅੱਗੇ ਲੈ ਕੇ ਚੱਲਦੇ ਹਾਂ। ਇਹਦੇ ਵਿੱਚ ਮੈਂ ਲਿਖਿਆ ਹੋਇਆ ਗੋਲ ਆਫ ਇੰਡਸਟਰੀ ਡਿਊਰਿੰਗ ਇੰਟਰੋਡਕਸ਼ਨ ਸਟੇਜ ਕਿਸੇ ਆਰਗੇਨਾਈਜੇਸ਼ਨ ਦੇ की गोल होंगे आ किहड़ी चीज़ के उत्ते उन्हें अटैक करना। इस्टैबलिश मार्केट सब तो ज़्यादा प्राइम गोल तो इस्टैबलिश करना मार्केट नूं। हले फिलहाल प्रॉफिट नहीं लैके चलती पई ऑर्गेनाइजेशन वो कहती साडी मार्केट इस्टैबलिश हो जाए। बिल्ड दी प्राइमरी डिमांड ऑफ दी प्रोडक्ट दी प्राइमरी डिमांड नूं मार्केट दे विचों क्रिएट करना तां जो कस्टमर जिहड़े हैगे आ मेरा समान मैनूं पुछना शुरू कर देण राइट। ਜਿਹੜੇ रिटेलर्स है मेरे को समान मंगना शुरू कर देना। सो दो गोल लैके मार्केटिंग चल इंट्रोडक्शन स्टेज दे विच कोई भी ऑर्गेनाइजेशन चलती इस्टैबलिश ए मार्केट सैकेंड इज बिल्ड ए प्राइमरी डिमांड फॉर द प्रोडक्ट। ये गल्लां दो ध्यान दे विच रखणियां ने। ये आ जांदा विच ऑफ द फॉलोइंग मे बी दी गोल ऑफ इंट्रोडक्शन स्टेज किहड़ा इंट्रोडक्शन स्टेज दा गोल हैगा दो आ दोनों लर्न करने ने। ਇਹਦੇ ਵਿੱਚ ਹੁਣ ਇੰਟਰੋਡਕਸ਼ਨ ਸਟੇਜ ਦੇ ਵਿੱਚ ਜਿਹੜੀ ਮੇਰੀ ਕੰਪਨੀ ਹੈਗੀ ਆ ਉਹ ਮਾਰਕੀਟਿੰਗ ਸਟ੍ਰੈਟਜੀ ਕਿਹੜੀ ਲੈ ਕੇ ਚੱਲਦੀ ਕੀ ਮਾਰਕੀਟਿੰਗ ਸਟ੍ਰੈਟਜੀ ਕਰੇਗੀ। ਦੋ ਤਰ੍ਹਾਂ ਦੀ ਮਾਰਕੀਟਿੰਗ ਸਟ੍ਰੈਟਜੀ ਨੂੰ ਲੈ ਕੇ ਚੱਲਣੀ ਮੇਨਲੀ। ਇੱਕ ਹੈਗੀ ਸਕਿਮ ਪ੍ਰਾਈਸਿੰਗ ਦੂਸਰਾ ਹੈਗਾ ਪੈਨੀਟ੍ਰੇਸ਼ਨ ਪ੍ਰਾਈਸਿੰਗ। ਸਕਿਮ ਪ੍ਰਾਈਸਿੰਗ ਦੇ ਵਿੱਚ ਕੀ ਹੈਗਾ ਆ ਕਿਉਂਕਿ ਮੇਰੇ ਡਿਵੈਲਪਮੈਂਟ ਦੇ ਖਰਚੇ ਬਹੁਤ ਜ਼ਿਆਦਾ ਹੋ ਗਏ ਮੇਰਾ ਜਿਹੜਾ
ਬਾਇਰਸ ਨੂੰ ਅਵੇਅਰ ਕਰਨ ਦੇ ਮੇਰੇ ਖਰਚੇ ਬਹੁਤ ਹੋ ਗਏ, ਇਸ ਕਰਕੇ ਕਈ ਵਾਰੀ ਕੰਪਨੀ ਹਾਈ ਪ੍ਰੋਫਿਟ ਮਾਰਜਨਸ ਰੱਖ ਲੈਂਦੀ ਹੈ ਤਾਂ ਜੋ ਉਹਦੇ ਡਿਵੈਲਪਮੈਂਟ ਦੇ ਜਿਹੜੇ ਖਰਚੇ ਨਿਕਲ ਆਣ ਜਲਦੀ ਤੋਂ ਜਲਦੀ। ਸੋ ਇਹਨੂੰ ਸਕਿਮ ਪ੍ਰਾਈਸਿੰਗ ਕਹਿੰਦੇ ਆ, ਜਿੱਥੇ ਆਪਾਂ ਪ੍ਰੋਫਿਟ ਮਾਰਜਨ ਜ਼ਿਆਦਾ ਰੱਖਣਾ ਹੈਗਾ ਤਾਂ ਜੋ ਸਾਡੇ ਡਿਵੈਲਪਮੈਂਟ ਖਰਚੇ ਜਿਹੜੇ ਆ ਜਲਦੀ ਤੋਂ ਜਲਦੀ ਨਿਕਲ ਜਾਣ, ਕਿਉਂਕਿ ਡਿਵੈਲਪਮੈਂਟ ਤੇ ਸਾਡਾ ਖਰਚਾ ਬਹੁਤ ਹੋ ਚੁੱਕਾ। ਨੈਕਸਟ ਹੈਗਾ ਪੈਨੀਟ੍ਰੇਸ਼ਨ ਪ੍ਰਾਈਸਿੰਗ। ਪੈਨੀਟ੍ਰੇਸ਼ਨ ਪ੍ਰਾਈਸਿੰਗ ਦੇ ਵਿੱਚ ਕੀ ਆ, ਜਿਹੜਾ ਇੰਟਰੋਡਕਟਰੀ ਪ੍ਰਾਈਸ ਜਿਹੜਾ ਹੈਗਾ ਆਲ ਟੂਗੇਦਰ ਡਿਫਰੈਂਟ ਆ, ਇਹਦੇ ਚ ਲੋ ਰੱਖਿਆ ਜਾਂਦਾ ਤਾਂ ਜੋ ਜਿਹੜੀ ਮੇਰੀ ਜ਼ਿਆਦਾ ਤੋਂ ਜ਼ਿਆਦਾ ਮਾਰਕੀਟ ਜਿਹੜੀ ਆ ਉਹ ਮੈਨੂੰ ਮਿਲ ਸਕੇ, ਜ਼ਿਆਦਾ ਤੋਂ ਜ਼ਿਆਦਾ ਕਸਟਮਰ ਮੇਰੇ ਜਿਹੜੇ ਆ ਉਹ ਬਣ ਸਕਣ। ਨੈਕਸਟ ਇਜ਼ ਡਿਸਟ੍ਰੀਬਿਊਸ਼ਨ ਮੈਂ ਕਿਹੜੇ ਤਰੀਕੇ ਦੇ ਨਾਲ ਰੱਖਣੀ ਹੈ ਔਰ ਪ੍ਰਮੋਸ਼ਨ ਕਿਹੜੇ ਤਰੀਕੇ ਦੇ ਨਾਲ ਕਰਨੀ ਹੈ। ਇਹ ਚਾਰ ਜਿਹੜੀਆਂ ਮੇਰੀਆਂ ਮਾਰਕੀਟਿੰਗ ਸਟ੍ਰੈਟਜੀਜ਼ ਆ ਜਿਹੜੀਆਂ ਆਰਗੇਨਾਈਜੇਸ਼ਨ ਅਡਾਪਟ ਕਰਦੀ ਆ ਡਿਊਰਿੰਗ ਦੀ ਇੰਟਰੋਡਕਸ਼ਨ ਸਟੇਜ, ਰਾਈਟ। ਬਹੁਤ ਇੰਪੋਰਟੈਂਟ ਹੈਗਾ। ਸਕਿਮ ਪ੍ਰਾਈਸਿੰਗ ਕਈ ਵਾਰੀ ਆ ਜਾਂਦਾ, ਪੈਨੀਟ੍ਰੇਸ਼ਨ ਪ੍ਰਾਈਸਿੰਗ ਵੀ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ। ਸਕਿਮ ਪ੍ਰਾਈਸਿੰਗ ਦੇ ਵਿੱਚ ਆਪਾਂ ਲੈ ਕੇ ਚੱਲਣਾ ਆ ਕਿ ਪ੍ਰੋਫਿਟ ਜਿਹੜਾ ਆ ਉਹ ਹਾਈ ਰੱਖਿਆ ਜਾਂਦਾ ਹੈ ਤਾਂ ਜੋ ਡਿਵੈਲਪਮੈਂਟ ਦੇ ਖਰਚੇ ਪੂਰੇ ਹੋ ਸਕਣ, ਜਾਂ ਫਿਰ ਦੂਸਰੀ ਜਗ੍ਹਾ ਤੇ ਆਲ ਟੂਗੇਦਰ ਡਿਫਰੈਂਟ ਹੈਗਾ ਕਿ ਇੰਟਰੋਡਕਟਰੀ ਪ੍ਰਾਈਸ ਜਿਹੜਾ ਹੈ ਉਹ ਬਹੁਤ ਲੋ ਰੱਖਿਆ ਜਾਂਦਾ ਤਾਂ ਜੋ ਜਿਹੜੀ ਮਾਰਕੀਟ ਮੇਰੀ ਆ ਉਹ ਅਟੇਨ ਹੋ ਸਕੇ, ਮਾਰਕੀਟ ਮੈਂ ਗੇਨ ਕਰ ਸਕਾਂ ਜਲਦੀ ਤੋਂ ਜਲਦੀ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ ਗਰੋਥ ਸਟੇਜ। ਹੁਣ ਇੰਟਰੋਡਕਸ਼ਨ ਸਟੇਜ ਦੇ ਵਿੱਚ ਮੈਂ ਮਾਰਕੀਟਿੰਗ ਕਰ ਲਈ, ਮੈਂ ਡਿਸਟ੍ਰੀਬਿਊਸ਼ਨ ਕਰ ਲਈ, ਰਾਈਟ। ਹੁਣ ਮੇਰਾ ਜਿਹੜਾ ਪ੍ਰੋਡਕਟ ਸੀਗਾ ਉਹ ਮਾਰਕੀਟ ਦੇ ਵਿੱਚ ਚੰਗੀ ਤਰ੍ਹਾਂ ਲਾਂਚ ਹੋ ਗਿਆ, ਕਸਟਮਰਸ ਨੂੰ ਮੇਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਮਟੀਰੀਅਲ ਮਾਰਕੀਟ ਦੇ ਵਿੱਚ ਹੈਗਾ, ਕਸਟਮਰਸ ਨੇ ਉਹਦੇ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਕੀ ਹੋਇਆ, ਇੱਕਦਮ ਮੇਰਾ ਮਟੀਰੀਅਲ ਜਿਹੜਾ ਹੈਗਾ ਆ ਉਹਦੀ ਸੇਲ ਬਹੁਤ ਵੱਧ ਗਈ। ਹੁਣ ਇੱਕਦਮ ਜਿਲੇ ਮੇਰੀ ਸੇਲ ਵੱਧ ਗਈ, ਕੀ ਹੋਇਆ, ਪਿਛਲੀਆਂ ਦੋ ਜਿਹੜਾ ਮੈਂ ਇੰਟਰੋਡਕਸ਼ਨ ਸਟੇਜ ਦੀ ਗੱਲ ਕਰਦਾ ਸੀ ਜਾਂ ਡਿਵੈਲਪਮੈਂਟ ਆਫ ਪ੍ਰੋਡਕਟ ਦੀ ਗੱਲ ਕਰਦਾ ਸੀ, ਉਹਦੇ ਵਿੱਚ ਤਾਂ ਕਿਸੇ ਤਰ੍ਹਾਂ ਦਾ ਰੈਵਨਿਊ ਜਨਰੇਟ ਹੋਇਆ ਹੀ ਨਹੀਂ ਹੈਗਾ, ਰਾਈਟ। ਹੁਣ ਇੱਥੇ ਇੱਕਦਮ ਮੇਰੇ ਕੋਲ ਰੈਵਨਿਊ ਜਨਰੇਟ ਹੋਏਗਾ ਗਰੋਥ ਸਟੇਜ ਦੇ ਵਿੱਚ, ਇਸ ਕਰਕੇ ਇਹਨੂੰ ਕਹਿੰਦੇ ਰੈਪਿਡ ਰੈਵਨਿਊ ਗਰੋਥ ਪੀਰੀਅਡ। ਇਹ ਸਾਰਿਆਂ ਨੇ ਨੋਟ ਕਰਨਾ, ਮੈਂ ਸਾਰਿਆਂ ਦੇ ਵਿੱਚ ਦੱਸ ਰਿਹਾ। ਪਹਿਲਾ ਜਿਹੜਾ ਸੀ ਡਿਵੈਲਪਮੈਂਟ, ਉਹਨੂੰ ਇਨਕੂਬੇਸ਼ਨ ਸਟੇਜ ਕਿਹਾ ਸੀਗਾ, ਫਿਰ ਮੈਂ ਇੰਟਰੋਡਕਸ਼ਨ ਸਟੇਜ ਨੂੰ ਕਿਹਾ ਸੀਗਾ ਨੈਗੇਟਿਵ ਪ੍ਰੋਫਿਟ ਸਟੇਜ, ਇੱਥੇ ਮੈਂ ਗਰੋਥ ਸਟੇਜ ਨੂੰ ਕਹਿ ਰਿਹਾ ਹਾਂ ਰੈਪਿਡ ਰੈਵਨਿਊ ਗਰੋਥ ਸਟੇਜ, ਰਾਈਟ। ਸੋ ਇਹ ਪੇਪਰ ਦੇ ਵਿੱਚ ਇਹ ਵੀ ਆ ਸਕਦਾ ਕਿ ਗਰੋਥ ਸਟੇਜ ਨੂੰ ਕੀ ਕਿਹਾ ਜਾ ਸਕਦਾ, ਇਸੇ ਰੈਪਿਡ ਰੈਵਨਿਊ ਗਰੋਥ ਪੀਰੀਅਡ ਕਹਿੰਦੇ ਆ। ਹੁਣ ਮੇਰੇ ਜ਼ਿਆਦਾ ਤੋਂ ਜ਼ਿਆਦਾ ਕਸਟਮਰ ਅਵੇਅਰ ਹੋ ਗਏ, ਉਹਨਾਂ ਨੂੰ ਮੇਰੇ ਪ੍ਰੋਡਕਟ ਦੇ ਬੈਨੀਫਿਟਸ ਪਤਾ ਲੱਗਣੇ ਸ਼ੁਰੂ ਹੋ ਗਏ, ਇਸ ਕਰਕੇ ਸੇਲ ਜਿਹੜੀ ਆ ਮੇਰੀ ਇਨਕਰੀਜ਼ ਹੋ ਗਈ। ਸੇਲ ਜਿਹੜੇ ਇਨਕਰੀਜ਼ ਹੋ ਜਾਂਦੀ ਆ, ਫਿਰ ਮੇਰੇ ਜਿਹੜੀ ਆਰਗੇਨਾਈਜੇਸ਼ਨ ਕੀ ਕਰਦੀ ਆ, ਮਾਰਕੀਟ ਦੇ ਸੈਗਮੈਂਟਸ ਨੂੰ ਇਨਕਰੀਜ਼ ਕਰਦੀ ਆ। ਸੋ ਐਡੀਸ਼ਨਲ ਮਾਰਕੀਟ ਸੈਗਮੈਂਟਸ ਆਰ ਟਾਰਗੇਟਡ, ਮੀਨਸ ਜੇ ਮੈਂ ਇੱਕ ਡਿਸਟ੍ਰਿਕਟ ਦੇ ਵਿੱਚ ਆਪਣਾ ਪ੍ਰੋਡਕਟ ਲਾਂਚ ਕਰ ਚੁੱਕਿਆ ਆ ਤੇ ਮੇਰਾ ਟਾਰਗੇਟ ਰਹੇਗਾ ਕਿ ਮੈਂ 2-4 ਡਿਸਟ੍ਰਿਕਟਸ ਦੇ ਵਿੱਚ ਉਹਨੂੰ ਹੋਰ ਪ੍ਰੋਡਕਟ ਨੂੰ ਲੈ ਕੇ ਜਾਵਾਂ, ਜਾਂ ਇੱਕ ਸਟੇਟ ਦੇ ਵਿੱਚ ਮੈਂ ਸੇਲ ਕਰਦਾ ਪਿਆ, ਮੈਂ ਦੂਸਰੀ ਕਿਤੇ ਸੇਲ ਜਾ ਕੇ ਉਹਨੂੰ ਹੋਰ ਕਰਾਂ, ਰਾਈਟ। ਸੋ ਇੱਥੇ ਮੇਰੇ ਕਾਫੀ ਤਰ੍ਹਾਂ ਦੇ ਮਾਰਕੀਟ ਸੈਗਮੈਂਟਸ ਅਟੈਕ ਕੀਤੇ ਜਾਂਦੇ ਆ ਮੇਰਾ, ਤਾਂ ਜੋ ਜਲਦੀ ਤੋਂ ਜਲਦੀ ਜਿਹੜੀ ਮੇਰਾ ਪ੍ਰੋਡਕਟ ਹੈਗਾ ਆ ਉਹ ਜ਼ਿਆਦਾ ਏਰੀਆ ਦੇ ਵਿੱਚ ਫੈਲ ਸਕੇ। ਦੀ ਪ੍ਰੋਡਕਟ ਹੈਜ਼ ਬੀਨ ਪ੍ਰੂਵਨ ਇਟਸ ਸਕਸੈਸ। ਹੁਣ ਲੋਕਾਂ ਨੇ ਲੈ ਕੇ ਮੇਰਾ ਸਮਾਨ ਵਰਤ ਲਿਆ, ਯੂਜ਼ ਕਰ ਲਿਆ, ਹੁਣ ਮੇਰੇ ਪ੍ਰੋਡਕਟ ਨੇ ਆਪਣੀ ਸਕਸੈਸ ਨੂੰ ਪ੍ਰੂਵ ਕਰਤਾ ਵੀ ਇਹ ਸਕਸੈਸਫੁਲ ਪ੍ਰੋਡਕਟ, ਰਾਈਟ। ਹੁਣ ਕਸਟਮਰਸ ਨੇ ਉਹਦੇ ਬਾਰੇ ਜਾ ਕੇ ਰਿਟੇਲਰਸ ਕੋਲੋਂ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਇਹ ਸਮਾਨ ਪਿਆ ਤੁਹਾਡੇ ਕੋਲੋਂ, ਰਾਈਟ। ਜਦੋਂ ਕੋਈ ਨਵਾਂ ਸਮਾਨ ਆਉਂਦਾ, ਜਿਵੇਂ ਤੁਹਾਡੇ ਤੁਸੀਂ ਚਿਪਸ ਬਹੁਤ ਮੇਰੇ ਜਿਹੜੇ ਸਟੂਡੈਂਟਸ ਆ ਜਿਵੇਂ ਚਿਪਸ ਖਾਂਦੇ ਹੋ, ਕੋਈ ਚਿਪਸ ਨਵਾਂ ਇੰਟਰੋਡਿਊਸ ਮਾਰਕੀਟ ਦੇ ਵਿੱਚ ਹੁੰਦਾ, ਜਾਂ ਕੋਈ ਈਟੇਬਲਸ ਇਦਾਂ ਦੇ ਪੈਕਿੰਗਸ ਹੈਗੇ ਨੇ, ਕੋਈ ਫਾਸਟ ਫੂਡ ਹੈਗਾ ਜਿਹੜੇ ਮਾਰਕੀਟ ਦੇ ਵਿੱਚ ਨਵਾਂ ਲਾਂਚ ਹੁੰਦਾ ਹੈ, ਉਸ ਤੋਂ ਬਾਅਦ ਤੁਹਾਡਾ ਟੇਸਟ ਡਿਵੈਲਪ ਹੋ ਜਾਂਦਾ ਤੇ ਆਪਾਂ ਜਾ ਕੇ ਉਹਨਾਂ ਕੋਲੋਂ ਰਿਟੇਲਰਸ ਕੋਲੋਂ ਆਪ ਜਾ ਕੇ ਪੁੱਛਦੇ ਆ ਕਿ ਇਹ ਸਮਾਨ ਤੁਹਾਡੇ ਕੋਲ ਪਿਆ ਹੋਇਆ ਹੈ, ਰਾਈਟ। ਸੋ ਇਸੇ ਤਰ੍ਹਾਂ ਹੀ ਹੁਣ ਕਸਟਮਰ ਨੂੰ ਪਤਾ ਲੱਗ ਗਿਆ ਉਹਦੀ ਸਕਸੈਸ ਜਿਹੜੀ ਪ੍ਰੋਡਕਟ ਦੀ ਹੈਗੀ ਉਹ ਪ੍ਰੂਵ ਹੋ ਗਈ, ਕਸਟਮਰਸ ਨੇ ਪੁੱਛਣਾ ਸ਼ੁਰੂ ਕਰ ਦਿੱਤਾ। ਜਿਹੜੇ ਕਸਟਮਰਸ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਉਦੋਂ ਰਿਟੇਲਰਸ ਵੀ ਉਹਦੇ 'ਚ ਇੰਟਰਸਟਿਡ ਹੋ ਗਏ ਕਿ ਮੈਂ ਇਹ ਸਮਾਨ ਆਪਣੀ ਸ਼ਾਪ ਤੇ ਰੱਖਾਂ, ਰਾਈਟ। ਹੁਣ ਰਿਟੇਲਰਸ ਦਾ ਇੰਟਰਸਟ ਹੋ ਗਿਆ ਕਿਉਂਕਿ ਕਸਟਮਰ ਉਹਦੇ ਕੋਲੋਂ ਖਾਲੀ ਨਹੀਂ ਜਾਣਾ ਚਾਹੀਦਾ। ਜੇ ਕਸਟਮਰ ਨੇ ਆ ਕੇ ਉਹਦੇ ਕੋਲ ਸਮਾਨ ਪੁੱਛਿਆ, ਜੇ ਉਹਦੇ ਕੋਲ ਸਮਾਨ ਨਹੀਂ ਹੈਗਾ ਤੇ ਕੀ ਹੋਏਗਾ, ਕਸਟਮਰ ਦੂਸਰੀ ਸ਼ਾਪ ਤੇ ਚਲੇ ਜਾਏਗਾ। ਇਸ ਕਰਕੇ ਜਿਹੜਾ ਮੇਰਾ ਰਿਟੇਲਰ ਹੈਗਾ ਉਹਦਾ ਵੀ ਇੰਟਰਸਟ ਇਨਕਰੀਜ਼ ਹੋ ਗਿਆ। ਹੁਣ ਕਿਹੜੀਆਂ ਕਿਹੜੀਆਂ ਗੱਲਾਂ ਹੋ ਗਈਆਂ, ਕਸਟਮਰ ਅਵੇਅਰ ਹੋ ਗਿਆ, ਕਸਟਮਰ ਨੂੰ ਮੇਰੇ ਪ੍ਰੋਡਕਟ ਦੇ ਬੈਨੀਫਿਟ ਪਤਾ ਲੱਗਣ ਲੱਗ ਪਏ, ਮਾਰਕੀਟ ਸੈਗਮੈਂਟ ਮੈਂ ਜ਼ਿਆਦਾ ਟਾਰਗੇਟ ਕਰ ਲਏ, ਕਸਟਮਰਸ ਜਿਹੜਾ ਮੇਰਾ ਪ੍ਰੋਡਕਟ ਸੀਗਾ ਉਹਨੇ ਆਪਣੀ ਸਕਸੈਸ ਪ੍ਰੂਵ ਕਰ ਦਿੱਤੀ, ਔਰ ਰਿਟੇਲਰਸ ਵੀ ਜਿਹੜੇ ਆ ਮੇਰੇ ਪ੍ਰੋਡਕਟ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਇਹ ਸਮਾਨ ਜਿਹੜਾ ਆ ਮੇਰੇ ਕੋਲ ਜ਼ਿਆਦਾ ਤੋਂ ਜ਼ਿਆਦਾ ਪਿਆ ਹੋਣਾ ਚਾਹੀਦਾ। ਔਰ ਮਾਰਕੀਟਿੰਗ ਕਾਸਟ ਮੇਰੀ ਘਟ ਗਈ ਕਿਉਂਕਿ ਮੈਂ ਮਾਰਕੀਟਿੰਗ ਤਾਂ ਪਹਿਲਾਂ ਹੀ ਕਰ ਚੁੱਕਾ।
ਹੁਣ ਇਹ ਸਾਰੀਆਂ ਗੱਲਾਂ ਕਰਕੇ ਸੇਲਸ ਮੇਰੀ ਬਹੁਤ ਵੱਧ ਗਈ, ਇਸ ਕਰਕੇ ਇਹਨੂੰ ਰੈਪਿਡ ਰੈਵਨਿਊ ਗਰੋਥ ਪੀਰੀਅਡ ਕਿਹਾ ਜਾਂਦਾ, ਰਾਈਟ। ਬਟ ਜਿਹੜੇ ਗਰੋਥ ਪੀਰੀਅਡ ਦੀ ਲੇਟਰ ਸਟੇਜਿਸ ਦੇ ਵਿੱਚ ਅੱਗੇ ਜਾ ਕੇ ਕਈ ਵਾਰੀ ਕੰਪੀਟੀਟਰਸ ਦੇ ਵਿੱਚ ਆ ਵੜਦੇ ਨੇ, ਰਾਈਟ। ਹੁਣ ਜਦੋਂ ਕੰਪੀਟੀਟਰ ਕੀ ਹੋ ਗਿਆ, ਉਦੋਂ ਪ੍ਰਾਈਸ ਕੰਪੀਟੀਸ਼ਨ ਵੱਧ ਜਾਂਦਾ। ਉਹ ਕਹੂਗਾ ਮੈਂ ਘੱਟ ਪ੍ਰਾਈਸ ਤੇ ਲਾਂਚ ਕਰਦਾ ਪਿਆ, ਮੇਰਾ ਪ੍ਰਾਈਸ ਆਲਰੇਡੀ ਜ਼ਿਆਦਾ ਹੈਗਾ ਆ, ਇੱਥੇ ਮੈਨੂੰ ਫਿਰ ਦੁਬਾਰਾ ਪ੍ਰਮੋਸ਼ਨਸ ਆਪਣੀਆਂ ਸਟਾਰਟ ਕਰਨੀਆਂ ਪੈਂਦੀਆਂ ਆ, ਜਿੱਥੇ ਮੈਂ ਦੂਸਰੇ ਜਿਹੜੇ ਮੇਰੇ ਕਸਟਮਰਸ ਹੈਗੇ ਆ ਉਹਨਾਂ ਨੂੰ ਇਹ ਕਨਵਿੰਸ ਕਰਨਾ ਆ ਕਿ ਮੇਰਾ ਪ੍ਰੋਡਕਟ ਦੂਸਰੇ ਪ੍ਰੋਡਕਟ ਤੋਂ ਜ਼ਿਆਦਾ ਵਧੀਆ ਹੈਗਾ, ਰਾਈਟ। ਸੋ ਪਹਿਲੇ ਐਡਵਰਟਾਈਜ਼ਮੈਂਟ ਕਰਨ ਦੀ ਲੋੜ ਨਹੀਂ ਪਈ ਮੈਨੂੰ, ਜਦੋਂ ਮੈਂ ਦੇਖਿਆ ਵੀ ਮੇਰੇ ਕੰਪੀਟੀਟਰ ਮਾਰਕੀਟ ਦੇ ਵਿੱਚ ਆ ਗਏ ਨੇ, ਜ਼ਿਆਦਾ ਲੋਕ ਉਸ ਤਰੀਕੇ ਦਾ ਮਟੀਰੀਅਲ ਜਿਹੜਾ ਬਣਾਉਣ ਲੱਗ ਪਏ, ਤੇ ਮੈਨੂੰ ਪ੍ਰਮੋਸ਼ਨਸ ਕਰਨੀਆਂ ਪੈਣਗੀਆਂ ਔਰ ਕਸਟਮਰ ਨੂੰ ਇਹ ਪ੍ਰੂਵ ਕਰਨਾ ਪਏਗਾ, ਸਾਨੂੰ ਆਰਗੇਨਾਈਜੇਸ਼ਨ ਨੂੰ ਕਨਵਿੰਸ ਕਰਨਾ ਪਏਗਾ ਕਸਟਮਰ ਨੂੰ ਕਿ ਮੇਰਾ ਪ੍ਰੋਡਕਟ ਦੂਸਰੇ ਨਾਲੋਂ ਜ਼ਿਆਦਾ ਵਧੀਆ ਹੈ। ਤੁਸੀਂ ਟੀਵੀ ਦੇ ਵਿੱਚ ਐਡ ਦੇਖੀਆਂ ਹੋਈਆਂ ਕਈ ਵਾਰੀ, ਵਾਸ਼ਿੰਗ ਪਾਊਡਰਸ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੇ ਇਹ ਦੋ ਤਰ੍ਹਾਂ ਦੇ ਵਾਸ਼ਿੰਗ ਪਾਊਡਰ ਰੱਖ ਲੈਂਦੇ ਨੇ, ਉਹਨਾਂ ਦੇ ਵਿੱਚੋਂ ਆਪਣਾ ਵਾਸ਼ਿੰਗ ਪਾਊਡਰ ਨੂੰ ਵਧੀਆ ਤਰੀਕੇ ਦੇ ਨਾਲ ਸ਼ੋਅ ਕਰ ਦਿੰਦੇ ਨੇ ਕਿ ਇਹਨੇ ਵਧੀਆ ਬਹੁਤ ਅੱਛੇ ਤਰੀਕੇ ਦੇ ਨਾਲ ਕੱਪੜੇ ਸਾਫ਼ ਕਰ ਦਿੱਤੇ ਜਾਂ ਵਾਈਟ ਕਰ ਦਿੱਤੇ। ਇਸੇ ਤਰ੍ਹਾਂ ਹੀ ਕੋਲਡ ਡਰਿੰਕਸ ਤੁਸੀਂ ਦੇਖਿਆ ਹੋਣਾ, ਪੈਪਸੀ ਐਂਡ ਕੋਕਸ ਹੈਗਾ, ਕੋਕ ਜਿਹੜਾ ਹੈਗਾ ਉਹ ਪਿੱਛੇ ਜੀ ਐਡਸ ਆਈਆਂ ਸੀ ਇੱਕ ਦੂਸਰੇ ਦੇ ਅਗੇਂਸਟ, ਬਿਲਕੁਲ ਓਪਨਲੀ ਬੋਲਦੇ ਪਏ ਸੀ ਵੀ ਸਾਡਾ ਪੈਪਸੀ ਨਾਲੋਂ ਵਧੀਆ ਜੀ, ਸਾਡਾ ਕੋ ਇਹਦੇ ਨਾਲੋਂ ਵਧੀਆ ਹੈਗਾ। ਦੋਨੋਂ ਕੰਪਨੀਆਂ ਇੱਕ ਦੂਸਰੇ ਨਾਲ ਲੜਦੀਆਂ, ਜਿਹੜੇ ਕਸਟਮਰਸ ਹੈਗੇ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਪਏ ਸੀਗੇ ਕਿ ਸਾਡਾ ਪ੍ਰੋਡਕਟ ਦੂਸਰੇ ਪ੍ਰੋਡਕਟ ਨਾਲੋਂ ਜ਼ਿਆਦਾ ਵਧੀਆ ਹੈਗਾ। ਸੋ ਇਹ ਸਾਰੀਆਂ ਗਰੋਥ ਸਟੇਜ ਦੇ ਵਿੱਚ ਫੀਚਰਸ ਨੇ ਜਿਹੜੇ ਮੈਂ ਡਿਸਕਸ ਕੀਤੇ ਆ। ਸੋ ਗਰੋਥ ਸਟੇਜ ਦੇ ਵਿੱਚ ਇੰਡਸਟਰੀ ਦੇ ਜਿਹੜੇ ਹੈਗੇ ਗੋਲ ਕੀ ਰਹਿਣਗੇ, ਦੇਖੋ ਗਰੋਥ ਸਟੇਜ ਦਾ ਮੈਂ ਗ੍ਰਾਫ ਦਿਖਾਇਆ ਹੋਇਆ, ਪ੍ਰੋਡਕਟ ਦੀ ਸੇਲ ਰੈਪਿਡਲੀ ਇਨਕਰੀਜ਼ ਹੋ ਰਹੀ ਹੈ। ਸੋ ਟੂ ਗੇਨ ਕੰਜ਼ਿਊਮਰ ਪ੍ਰੈਫਰੈਂਸਿਸ, ਮੈਂ ਜਿੱਦਾਂ ਪਿੱਛੇ ਗੱਲ ਕੀਤੀ ਕਿਉਂਕਿ ਕੰਪੀਟੀਟਰ ਆ ਗਏ ਸੀ ਤਾਂ ਮੈਨੂੰ ਕੰਜ਼ਿਊਮਰ ਦੀ ਪ੍ਰੈਫਰੈਂਸ ਲੈਣੀ ਪਏਗੀ। ਸੋ ਇਹ ਕੰਪਨੀ ਦਾ ਵੱਡਾ ਮੇਜਰ ਗੋਲ ਰਹੇਗਾ, ਰਾਈਟ। ਸੋ ਇਨਕਰੀਜ਼ ਸੇਲ ਨੂੰ ਮੈਂ ਜ਼ਿਆਦਾ ਤੋਂ ਜ਼ਿਆਦਾ ਇਨਕਰੀਜ਼ ਕਰਨਾ, ਇਹ ਮੇਰੇ ਦੋ ਗੋਲ ਜਿਹੜੇ ਆ ਗਰੋਥ ਸਟੇਜ ਦੇ ਵਿੱਚ ਰਹਿਣਗੇ। ਇਹ ਸਾਰਿਆਂ ਨੇ ਮੇਰੇ ਸਟੂਡੈਂਟਸ ਲਰਨ ਕਰਨਗੇ ਕਿ ਕਿਹੜੇ ਕਿਹੜੇ ਮੇਰੇ ਗੋਲ ਹੈਗੇ ਨੇ ਡਿਊਰਿੰਗ ਦੀ ਗਰੋਥ ਸਟੇਜ। ਨੈਕਸਟ ਇਜ਼ ਮੈਚਿਓਰਿਟੀ ਸਟੇਜ। ਜਿਹੜੀ ਮੈਚਿਓਰਿਟੀ ਸਟੇਜ ਆ ਉਹਨੂੰ ਅਸੀਂ ਮੋਸਟ ਪ੍ਰੋਫਿਟੇਬਲ ਸਟੇਜ ਕਹਿੰਦੇ ਆ। ਪੇਪਰ ਦੇ ਵਿੱਚ ਤੁਹਾਨੂੰ ਜਿਹੜਾ ਪਹਿਲਾ ਇੰਪਲੋਏਬਿਲਟੀ ਸਕਿੱਲਸ ਦਾ ਇੱਕ ਰਿਵੀਜ਼ਨ ਟੈਸਟ ਹੋਇਆ ਸੀਗਾ ਉਹਦੇ ਵਿੱਚ ਇਹ ਮੈਚਿਓਰਿਟੀ ਸਟੇਜ ਬਾਰੇ ਆਇਆ ਸੀ ਤੁਹਾਨੂੰ। ਸੋ ਮੋਸਟ ਪ੍ਰੋਫਿਟੇਬਲ ਸਟੇਜ ਹੈ ਇਹ, ਰਾਈਟ। ਪਹਿਲੀ ਕਿਹੜੀ ਸੀਗੀ, ਫਾਸਟ ਰੈਵਨਿਊ ਜਨਰੇਸ਼ਨ, ਜਿਹੜੀ ਮੈਂ ਪਹਿਲੇ ਗੱਲ ਕੀਤੀ ਹੈ, ਰਾਈਟ। ਗਰੋਥ ਸਟੇਜ ਜਿਹੜੀ ਸੀਗੀ ਉਹ ਫਾਸਟ ਰੈਵਨਿਊ ਜਨਰੇਸ਼ਨ ਸੀਗੀ, ਔਰ ਜਿਹੜੀ ਇਹ ਵਾਲੀ ਹੈਗੀ ਹੈ ਇਹਨੂੰ ਕੀ ਕਹਿੰਦੇ ਆਪਾਂ, ਮੋਸਟ ਪ੍ਰੋਫਿਟੇਬਲ ਸਟੇਜ। ਹੁਣ ਕੀ ਹੋਇਆ, ਮੈਂ ਮਾਰਕੀਟ ਸੈਗਮੈਂਟ ਵਧਾਤਾ ਸੀਗਾ। ਮੰਨ ਲਓ ਇੱਕ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਤੋਂ ਲੈ ਗਿਆ, ਡਿਸਟ੍ਰਿਕਟ ਤੋਂ ਤੀਸਰੇ ਡਿਸਟ੍ਰਿਕਟ ਤੇ ਲੈ ਗਿਆ, ਸਾਰੀ ਇੰਡੀਆ ਦੇ ਵਿੱਚ ਜਿੰਨੇ ਵੀ ਡਿਸਟ੍ਰਿਕਟ ਆ ਉਹਦੇ ਵਿੱਚ ਮੈਂ ਆਪਣਾ ਪ੍ਰੋਡਕਟ ਲਾਂਚ ਕਰ ਦਿੱਤਾ। ਹੋ ਸਕਦਾ ਮੈਂ ਉਹਨੂੰ ਦੂਸਰੀ ਕੰਟਰੀਜ਼ ਦੇ ਵਿੱਚ ਵੀ ਲੈ ਗਿਆ, ਆਸ-ਪਾਸ ਜਿਹੜੀਆਂ ਮੇਰੀਆਂ ਨੇਬਰਿੰਗ ਕੰਟਰੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਮੈਂ ਪ੍ਰੋਡਕਟ ਨੂੰ ਆਪਣੇ ਨੂੰ ਸੇਲ ਕਰਨਾ ਸ਼ੁਰੂ ਕਰ ਦਿੱਤਾ, ਰਾਈਟ। ਹੁਣ ਜੇ ਮੈਂ ਗੱਲ ਕਰਾਂ ਕਿ ਜਿਹੜੇ ਮੇਰੇ ਪਹਿਲੇ ਪ੍ਰੋਡਕਟ ਸੇ 1000 ਪ੍ਰੋਡਕਟ ਮੇਰਾ ਕਿਸੇ ਡਿਸਟ੍ਰਿਕਟ ਦੇ ਵਿੱਚ ਸੇਲ ਹੁੰਦਾ ਪਿਆ ਸੀਗਾ, ਹੁਣ ਮੈਂ ਉਹਨੂੰ 2 ਡਿਸਟ੍ਰਿਕਟ ਦੇ ਵਿੱਚ ਕਰ ਦਿੱਤਾ ਜਾਂ 4 ਡਿਸਟ੍ਰਿਕਟ ਦੇ ਵਿੱਚ ਕਰ ਦਿੱਤਾ ਜਾਂ 5 ਡਿਸਟ੍ਰਿਕਟ ਦੇ ਵਿੱਚ ਇੰਟਰੋਡਿਊਸ ਕਰ ਦਿੱਤਾ। ਕੀ ਹੋਏਗਾ, ਚਾਹੇ ਮੇਰਾ ਸੇਲ ਪਰ ਡਿਸਟ੍ਰਿਕਟ ਘੱਟ ਆ, ਸੇ 1000 ਤੋਂ 800 ਹੋ ਗਈ ਜਾਂ 700 ਹੋ ਗਈ, ਪਰ ਇਹ 700 ਪੀਸਿਸ ਮੇਰੇ ਜਿਹੜੇ ਹੈਗੇ ਉਹ ਕਿੰਨੇ ਡਿਸਟ੍ਰਿਕਟ 'ਚ ਵਿਕ ਰਹੇ ਆ, ਕਿੰਨੀ ਕੰਟਰੀਜ਼ 'ਚ ਵਿਕ ਰਹੇ ਆ, ਫਿਰ ਮਲਟੀਪਲੀਕੇਸ਼ਨ ਹੋ ਜਾਂਦੀ ਹੈ ਪ੍ਰੋਡਕਟ ਦੀ ਜਿਹੜੇ। ਸੋ ਸੇਲਸ ਕੰਟੀਨਿਊ ਟੂ ਇਨਕਰੀਜ਼ ਐਟ ਦੀ ਸਲੋਅਰ ਪੇਸ, ਸੇਲ ਜਿਹੜੀ ਆ ਧੀਰੇ ਧੀਰੇ ਵੱਧਦੀ ਜਾਂਦੀ ਆ। ਬ੍ਰਾਂਡ ਅਵੇਅਰਨੈਸ ਬਹੁਤ ਸਟਰੋਂਗ ਹੋ ਜਾਂਦੀ ਕਿਉਂਕਿ ਮੈਂ ਏਰੀਆ ਬਹੁਤ ਜ਼ਿਆਦਾ ਟਾਰਗੇਟ ਕਰ ਲਿਆ, ਰਾਈਟ। ਬਹੁਤ ਜ਼ਿਆਦਾ ਲੋਕਾਂ ਨੂੰ ਅਵੇਅਰਨੈਸ ਦੇ ਦਿੱਤੀ, ਬਹੁਤ ਜ਼ਿਆਦਾ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਮੇਰੇ ਪ੍ਰੋਡਕਟ ਦੇ ਬਾਰੇ। ਇਸ ਕਰਕੇ ਐਡਵਰਟਾਈਜ਼ਮੈਂਟ ਐਕਸਪੈਂਸਿਸ ਜਿਹੜੇ ਆ ਉਹ ਰਿਡਿਊਸ ਹੋ ਜਾਣਗੇ। ਕਿਉਂ ਰਿਡਿਊਸ ਹੋ ਜਾਣਗੇ, ਜਦੋਂ ਕੋਈ ਵੀ ਪ੍ਰੋਡਕਟ ਮਾਰਕੀਟ ਦੇ ਵਿੱਚ ਜ਼ਿਆਦਾ ਫਲੋ ਹੋ ਜਾਂਦਾ ਤੇ ਉਹਦੀ ਮਾਊਥ ਐਡਵਰਟਾਈਜ਼ਮੈਂਟ ਸ਼ੁਰੂ ਹੋ ਜਾਂਦੀ ਹੈ। ਮਾਊਥ ਐਡਵਰਟਾਈਜ਼ਮੈਂਟ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਆਉਂਦਾ। ਸੋ ਜਦੋਂ ਮੈਂ ਦੂਸਰੇ ਤਰ੍ਹਾਂ ਦੀ ਜਿਵੇਂ ਪੈਂਫਲੇਟ ਹੋ ਗਏ, ਮੈਗਜ਼ੀਨਸ ਹੋ ਗਿਆ, ਨਿਊਜ਼ਪੇਪਰਸ ਹੋ ਗਿਆ, ਟੈਲੀਵਿਜ਼ਨਸ ਐਡ ਹੋ ਗਈਆਂ, ਇਹਨਾਂ ਤੇ ਮੇਰੀ ਐਡਵਰਟਾਈਜ਼ਮੈਂਟ ਤੇ ਖਰਚੇ ਆ। ਜਿਹੜੇ ਮਾਊਥ ਐਡਵਰਟਾਈਜ਼ਮੈਂਟ ਸਟਾਰਟ ਹੋ ਗਈ, ਜਿਵੇਂ ਤੁਹਾਡੇ ਕੁਝ ਅੱਛੇ ਬ੍ਰਾਂਡਸ ਤੁਸੀਂ ਦੇਖੇ ਹੋਣੇ ਆ, ਪੈਪਸੀ ਕੋਕ ਦੀ ਗੱਲ ਕਰਦਾ, ਅੰਕਲ ਚਿਪਸ ਦੀ ਮੈਂ ਗੱਲ ਕਰਦਾ, ਜਾਂ ਜਿਹੜੇ ਤੁਸੀਂ ਹੋਰ ਈਟੇਬਲਸ ਇਦਾਂ ਦੇ ਖਾਂਦੇ ਹੋ ਮਾਰਕੀਟ ਦੇ ਵਿੱਚੋਂ ਲੈ ਕੇ, ਤੁਸੀਂ ਦੇਖੋ ਉਹਨਾਂ ਦੀ ਮਾਰਕੀਟਿੰਗ ਕੋਈ ਇੰਨੇ ਜ਼ਿਆਦਾ ਸਾਨੂੰ ਐਡ ਨਹੀਂ ਕਰ ਰਹੇ, ਪਰ ਮਾਊਥ ਐਡਵਰਟਾਈਜ਼ਮੈਂਟ ਆ ਵੀ ਇਹ ਚੀਜ਼ ਟੇਸਟੀ ਬਹੁਤ ਆ, ਇਹ ਲੈ ਲਓ। ਜਿਵੇਂ ਤੁਹਾਨੂੰ ਫੋਨ ਜਿਹੜੇ ਹੈਗੇ ਕਈ ਤਰ੍ਹਾਂ ਦੇ, ਜਿੱਦਾਂ MI ਫੋਨਸ ਬੜੇ ਵਿਕਦੇ ਨੇ ਜਾਂ ਹੋਰ ਬਹੁਤ
ਵਿਕਦੇ ਆ, ਉਹਨਾਂ ਦੀ ਅੱਜ ਕੱਲ ਐਡ ਘੱਟ ਆ ਰਹੀ ਆ, ਬਟ ਉਹ ਜਿਹੜੇ ਆ ਲੋਕ ਆਪਣੇ ਆਪ ਹੀ ਇੱਕ ਦੂਸਰੇ ਨੂੰ ਦੱਸ ਰਹੇ ਕਿ ਇਹ ਪ੍ਰੋਡਕਟ ਵਧੀਆ ਹੈਗਾ। ਸੋ ਮੈਚੋਰਿਟੀ ਸਟੇਜ ਦੇ ਵਿੱਚ ਇਦਾਂ ਦੀ ਸਟੇਜ ਆਉਂਦੀ ਆ ਕਿ ਜਿਹੜੀ ਐਡਵਰਟਾਈਜ਼ਮੈਂਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਜਿਹੜਾ ਬ੍ਰਾਂਡ ਹੈਗਾ ਉਹਦੀ ਅਵੇਅਰਨੈਸ ਵੈਸੇ ਹੀ ਬਹੁਤ ਸਟਰੋਂਗ ਹੋ ਜਾਂਦੀ ਹੈ, ਰਾਈਟ। ਐਂਡ ਦੇ ਵਿੱਚ ਮੈਂ ਜਿੱਦਾਂ ਪਿਛਲੀ ਸਟੇਜ 'ਚ ਗੱਲ ਕੀਤਾ ਸੀ, ਇਹਦੇ ਵਿੱਚ ਵੀ ਕੰਪੀਟੀਸ਼ਨ ਆ ਜਾਂਦਾ ਆ। ਜਿਹੜੇ 3 4 5 ਸੇਮ ਪ੍ਰੋਡਕਟ ਮਾਰਕੀਟ ਦੇ ਵਿੱਚ ਲਾਂਚ ਹੋ ਗਏ ਤੇ ਮਾਰਕੀਟ ਦਾ ਸ਼ੇਅਰ ਜਿਹੜਾ ਹੈ ਉਹ ਘਟ ਜਾਂਦਾ ਆ, ਪ੍ਰਾਈਸ ਵੀ ਹੋ ਸਕਦਾ ਸਾਨੂੰ ਪ੍ਰੋਡਕਟ ਦਾ ਘਟਾਉਣਾ ਪੈ ਜੇ। ਸੋ ਇੱਥੇ ਕੀ ਕਰਦੀ ਹੈ ਦੀ ਫਰਮ ਪਲੇਸਿਸ ਐਫਰਟਸ ਐਨਕਰੇਜਿੰਗ ਕਸਟਮਰਸ ਟੂ ਸਵਿਚ। ਇੱਥੇ ਜਿਹੜੀ ਮੇਰੀ ਆਰਗੇਨਾਈਜੇਸ਼ਨ ਹੈਗੀ ਆ ਉਹਦਾ ਫੋਕਸ ਇਹ ਆ ਕਿ ਕਸਟਮਰਸ ਨੂੰ ਐਨਕਰੇਜ ਕਰੇ ਕਿ ਦੂਸਰਾ ਪ੍ਰੋਡਕਟ ਛੱਡ ਕੇ ਸਾਡੇ ਪ੍ਰੋਡਕਟ ਵਾਲੇ ਆਵੇ। ਪਹਿਲੀ ਗਰੋਥ ਸਟੇਜ 'ਚ ਕੀ ਮੈਂ ਕੀਤਾ ਸੀ, ਕਸਟਮਰਸ ਨੂੰ ਮੈਂ ਕਨਵਿੰਸ ਕੀਤਾ ਸੀ ਕਿ ਮੇਰਾ ਪ੍ਰੋਡਕਟ ਜ਼ਿਆਦਾ ਵਧੀਆ। ਇੱਥੇ ਕੀ ਮੈਂ ਕਰਨਾ ਹੁਣ, ਇਦਾਂ ਦੀ ਤਾਂ ਗੱਲ ਨਹੀਂ, ਕਿਉਂਕਿ 4-5 ਮੇਰੇ ਜਿਹੜੇ ਕੰਪੀਟੀਟਰਸ ਮਾਰਕੀਟ ਦੇ ਵਿੱਚ ਆ ਗਏ ਨੇ, ਇੱਥੇ ਮੈਂ ਉਹਨਾਂ ਨੂੰ ਐਨਕਰੇਜ ਕਰਨਾ ਕਿ ਤੁਸੀਂ ਮੇਰਾ ਪ੍ਰੋਡਕਟ ਲਓ, ਰਾਈਟ। ਚਾਹੇ ਉਹਨੂੰ ਜਿਹੜੇ ਮਰਜ਼ੀ ਤਰੀਕੇ ਨਾਲ ਮੈਂ ਵੇਚਾਂ। ਮੰਨ ਲਓ ਉਹਦੇ ਵਿੱਚ ਕੋਈ ਐਡੀਸ਼ਨਲ, ਜਿਵੇਂ ਤੁਸੀਂ ਦੇਖਦੇ ਹੋ ਚਿਪਸ ਦੇ ਵਿੱਚ ਕਈ ਵਾਰੀ ਬੱਚਿਆਂ ਦੇ ਲਈ ਸਟicker ਪਾਏ ਹੁੰਦੇ ਆ, ਛੋਟੀਆਂ ਗੇਮਸ ਪਾਈਆਂ ਹੁੰਦੀਆਂ, ਇਦਾਂ ਦੇ ਮੈਂ ਉਹਨਾਂ ਨੂੰ ਛੋਟੇ-ਛੋਟੇ ਇਨਕਰੀਮੈਂਟਲ ਚੀਜ਼ਾਂ ਦੇਣੀਆਂ ਸ਼ੁਰੂ ਕਰਾਂਗਾ। ਫਿਰ ਉਹ ਕੀ ਕਰਨਗੇ, ਉਹ ਮੇਰੇ ਕੋਲ ਆ ਕੇ ਪ੍ਰੋਡਕਟ ਖਰੀਦਣਗੇ। ਐਨਕਰੇਜ ਰਿਟੇਲਰਸ ਟੂ ਇਨਕਰੀਜ਼ ਦੀ ਸ਼ੈਲਫ ਏਰੀਆ, ਬੜਾ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਮੈਂ ਆ ਕਰਨ ਲੱਗਾ, ਸ਼ੈਲਫ ਏਰੀਆ। ਹੁਣ ਦੇਖੋ ਜਿਹੜੇ ਮੇਰੇ ਕੰਪੀਟੀਟਰਸ ਆ ਗਏ, ਆਪਾਂ ਮਾਰਕੀਟ ਦੇ ਵਿੱਚ ਬਿਸਕਿਟਸ ਲੈਣ ਜਾਂਦੇ ਆ ਜਾਂ ਕੋਈ ਕੋਲਡ ਡਰਿੰਕ ਲੈਣ ਚੱਲਦੇ, ਵੱਡੇ ਜਿਹੜੇ ਤੁਸੀਂ ਸਟੋਰਸ ਦੇ ਉੱਤੇ ਜਾਂਦੇ ਹੋ, ਉੱਥੇ ਮੰਨ ਲਓ ਅਸੀਂ ਕੋਕ ਖਰੀਦਣਾ, ਕੋਕ ਦੀ ਬੋਤਲ ਆਪਾਂ 2 ਲੀਟਰ ਦੀ ਲੈਣੀ। ਹੁਣ ਕੋਕ ਸਾਨੂੰ ਸਾਰੀ ਪਿਆ ਉੱਥੇ ਹੈਗਾ ਸਟੋਰ ਦੇ ਵਿੱਚ, ਪਰ ਸਾਨੂੰ ਮਿਲਦਾ ਨਹੀਂ ਪਿਆ, ਸਾਨੂੰ ਸ਼ੈਲਫ ਦੇ ਉੱਤੇ ਆਪਾਂ ਸਰਚ ਨਹੀਂ ਕਰ ਪਾ ਰਹੇ, ਪਰ ਪੈਪਸੀ ਦੀਆਂ ਬੋਟਲਸ ਬਹੁਤ ਜ਼ਿਆਦਾ ਪਈਆਂ ਹੋਈਆਂ, ਰਾਈਟ। ਹੁਣ ਜਿਹੜੇ ਕਸਟਮਰ 10-15 ਮਿੰਟ ਅੰਦਰ ਘੁੰਮੂਗਾ, ਘੁੰਮ ਕੇ ਜਿਹੜੇ ਉਹਨੂੰ ਕੋਕ ਨਹੀਂ ਮਿਲਿਆ, ਉਹ ਕੀ ਕਰੇਗਾ, ਪੈਪਸੀ ਖਰੀਦ ਲੇਗਾ ਵੀ ਚਲੋ ਕੋਲਡ ਡਰਿੰਕ ਤਾਂ ਲੈ ਕੇ ਜਾਣਾ ਹੀ ਆ, ਪੈਪਸੀ ਲੈ ਲਓ। ਸੋ ਇੱਥੇ ਜਿਹੜੇ ਰਿਟੇਲਰਸ ਹੈਗੇ ਆ ਉਹਨਾਂ ਨੂੰ ਐਨਕਰੇਜ ਕੀਤਾ ਜਾਂਦਾ ਕਿ ਸ਼ੈਲਫ ਏਰੀਆ ਇਨਕਰੀਜ਼ ਕਰੋ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਬੋਨਸ ਦੇ ਕੇ, ਕੋਈ ਇਨਕਰੀਮੈਂਟਲ ਦੇ ਕੇ, ਕੋਈ ਗਿਫਟ ਦੇ ਕੇ ਆਪਾਂ ਰਿਟੇਲਰਸ ਨੂੰ ਕੋਲੋਂ ਸ਼ੈਲਫ ਏਰੀਆ ਇਨਕਰੀਜ਼ ਕਰਾਉਂਦੇ ਹਾਂ, ਰਾਈਟ। ਸੋ ਮੈਚੋਰਿਟੀ ਸਟੇਜ ਸਾਰਿਆਂ ਨੂੰ ਕਲੀਅਰ ਹੋ ਗਈ। ਮੋਸਟ ਪ੍ਰੋਫਿਟੇਬਲ ਸਟੇਜ ਆ, ਲੋਅਰ ਪੇਸ ਦੇ ਉੱਤੇ ਸੇਲ ਹੁੰਦੀ ਆ, ਪਰ ਜਿਹੜਾ ਮੇਰਾ ਪ੍ਰੋਡਕਟ ਹੈਗਾ ਆ ਉਹਦੀ ਬ੍ਰਾਂਡ ਅਵੇਅਰਨੈਸ ਬਹੁਤ ਜ਼ਿਆਦਾ ਹੋ ਜਾਂਦੀ ਆ, ਜਿਹੜੇ ਐਕਸਪੈਂਡੀਚਰਸ ਉਹਦੇ ਤੇ ਬਹੁਤ ਘਟ ਜਾਂਦੇ ਆ। ਬਟ ਲੇਟੈਸਟ ਸਟੇਜਿਸ ਦੇ ਵਿੱਚ ਜਿਹੜੇ ਕੰਪੀਟੀਟਰਸ ਜਦੋਂ ਆ ਜਾਂਦੇ ਨੇ, ਉਦੋਂ ਮੈਨੂੰ ਕਸਟਮਰ ਨੂੰ ਐਨਕਰੇਜ ਕਰਨਾ ਪੈਂਦਾ ਵੀ ਤੁਸੀਂ ਮੇਰਾ ਹੀ ਸਮਾਨ ਯੂਜ਼ ਕਰੋ, ਔਰ ਰਿਟੇਲਰਸ ਦੇ ਕੋਲ ਸ਼ੈਲਫ ਏਰੀਆ ਜਿਹੜਾ ਆ ਉਹ ਇਨਕਰੀਜ਼ ਕਰਵਾਉਣਾ ਪੈਂਦਾ। ਇਹ ਫੰਡਾਮੈਂਟਲੀ ਮਾਈਂਡ 'ਚ ਰੱਖਣੀਆਂ ਨੇ ਸਾਰੀਆਂ ਗੱਲਾਂ। ਹੁਣ ਦੇਖੋ ਮੈਂ ਇੱਕ ਡਾਇਗਰਾਮ ਤੁਹਾਡੇ ਸਾਹਮਣੇ ਲੈ ਕੇ ਆਇਆ, ਇਮੇਜ ਇੱਕ ਹੈਗੀ, ਇਹਦੇ 'ਚ ਦੇਖੋ ਸ਼ੈਲਫ ਏਰੀਆ 21 ਪ੍ਰੋਡਕਟ ਸਾਹਮਣੇ ਪਿਆ ਹੋਇਆ, ਰਾਈਟ। ਇਹ ਮੈਚੋਰਿਟੀ ਸਟੇਜ ਆ, ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਮੈਂ ਆਪਣਾ ਪ੍ਰੋਡਕਟ ਜਿਹੜਾ ਆ ਉਹ ਸ਼ੈਲਫ ਏਰੀਆ ਤੇ ਵਧਾਉਣਾ। ਦੇਖਿਆ ਹੋਣਾ ਮਾਲਸ ਦੇ ਵਿੱਚ ਇਦਾਂ ਸਟੈਕਿੰਗ ਕੀਤੀ ਹੁੰਦੀ ਹੈ, ਰਾਈਟ। ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਟ ਹੈਗਾ। ਮੇਰੇ ਜਿਹੜੇ ਸਟੂਡੈਂਟਸ ਬੈਠੇ ਉਹਨਾਂ ਨੇ ਥੋੜਾ ਜਿਹਾ ਖਿਆਲ ਕਰਨਾ ਆ, ਜਿਹੜੇ ਚਾਹੇ ਉਹ ਨਾਨ ਇੰਜੀਨੀਅਰਿੰਗ ਦੇ ਸਟੂਡੈਂਟਸ ਨੇ, ਇਸੇ ਕਟਿੰਗ ਸਵਿੰਗ ਦੇ ਹੈਗੇ ਆ, ਸਰਫੇਸ ਆਰਨਾਮੈਂਟੇਸ਼ਨ, ਸੈਕਟਰੀਅਲ ਪ੍ਰੈਕਟਿਸ, ਫੈਸ਼ਨ ਡਿਜ਼ਾਈਨ, ਰਾਈਟ। ਇਸ ਤੋਂ ਇਲਾਵਾ ਇੰਜੀਨੀਅਰਿੰਗ ਦੇ ਸਟੂਡੈਂਟਸ ਮੇਰੇ ਬੈਠੇ ਹੋਏ ਆ, ਇਲੈਕਟ੍ਰੋਨਿਕਸ ਹੋ ਗਿਆ, ਫਿਟਰ, ਟਰਨਰ, ਮਸ਼ੀਨਿਸਟ, ਕਾਫੀ ਤਰ੍ਹਾਂ ਦੇ ਸਟੂਡੈਂਟਸ ਜਿਹੜੇ ਆ ਮੇਰੇ ਨਾਲ ਜੁੜੇ ਹੋਏ ਆ ਇਸ ਵੇਲੇ। ਉਹਨਾਂ ਨੇ ਖਿਆਲ ਕਰਨਾ ਕਿ ਜਦੋਂ ਤੁਸੀਂ ਆਪਣੀ ITI ਪਾਸ ਕਰ ਲੈਣੀ ਹੈ, ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਪ੍ਰੋਡਕਸ਼ਨ ਦੇ ਵਿੱਚ ਹੀ ਜਾਣਾ। ਮੈਂ ਪਹਿਲੇ ਵੀ ਗੱਲ ਕਰ ਚੁੱਕਿਆ that ਮਾਰਕੀਟਿੰਗ ਇਜ਼ ਅ ਵੈਰੀ ਇੰਪੋਰਟੈਂਟ ਡਿਪਾਰਟਮੈਂਟ ਆਫ ਦ ਇੰਡਸਟਰੀ। ਤੁਹਾਡਾ ਸਕੋਪ ਮਾਰਕੀਟਿੰਗ ਦੇ ਵਿੱਚ ਵੀ ਕੀ ਹੈਗਾ ਆ, ਇਹਦੇ ਲਈ ਤੁਹਾਨੂੰ ਕੀ ਕਰਨਾ ਪਏਗਾ, ਥੋੜੀਆਂ ਜਿਹੀਆਂ ਕਮਿਊਨੀਕੇਸ਼ਨ ਸਕਿੱਲਸ ਤੁਹਾਨੂੰ ਹੋਣੀਆਂ ਚਾਹੀਦੀਆਂ ਨੇ ਮਾਰਕੀਟ ਦੇ ਵਿੱਚ। ਔਰ ਮਾਰਕੀਟਿੰਗ ਹੀ ਇੱਕ ਇਦਾਂ ਦਾ ਡਿਪਾਰਟਮੈਂਟ ਹੈਗਾ ਜਿਹੜਾ ਇੰਡਸਟਰੀ ਦੇ ਲਈ, ਆਰਗੇਨਾਈਜੇਸ਼ਨ ਦੇ ਲਈ ਰੈਵਨਿਊ ਜਨਰੇਸ਼ਨ ਦਾ ਕੰਮ ਕਰਦਾ ਪਿਆ। ਇਟ ਇਜ਼ ਦੀ ਓਨਲੀ ਡਿਪਾਰਟਮੈਂਟ ਵਿਚ ਇਜ਼ ਜਨਰੇਟਿੰਗ ਰੈਵਨਿਊ, ਰਾਈਟ। ਸੋ ਇਸ ਕਰਕੇ ਮਾਰਕੀਟਿੰਗ ਦੇ ਜਿਹੜੇ ਪੀਪਲ ਨੇ, ਜਿਹੜੇ ਇੰਪਲੋਈ ਨੇ, ਉਹ ਹਾਈਲੀ ਪੇਡ ਇੰਪਲੋਈਜ਼ ਹੁੰਦੇ ਨੇ। ਉਹਨਾਂ ਕੋਲ ਬਹੁਤ ਜ਼ਿਆਦਾ ਉਹਨਾਂ ਨੂੰ ਸੈਲਰੀਜ਼ ਐਜ਼ ਕੰਪੇਅਰ ਟੂ ਅਦਰ ਡਿਪਾਰਟਮੈਂਟ ਮਿਲਦੀਆਂ ਨੇ, ਕਿਉਂਕਿ ਉਹਨਾਂ ਨੇ ਪੈਸਾ ਲੈ ਕੇ ਆਉਣਾ ਇੰਡਸਟਰੀ ਦੇ ਲਈ, ਰਾਈਟ। ਹੁਣ ਆਪਾਂ ਗੱਲ ਕਰਦੇ ਹਾਂ ਮੈਚੋਰਿਟੀ ਸਟੇਜ ਦੇ ਵਿੱਚ ਕਿਹੜੇ ਗੋਲ ਹੋਣਗੇ ਇੰਡਸਟਰੀ ਦੇ ਟੂ ਮੇਨਟੇਨ ਮਾਰਕੀਟ ਸ਼ੇਅਰ। ਮਾਰਕੀਟ ਦਾ ਸ਼ੇਅਰ, ਮਾਰਕੀਟ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਟ ਆਪਣਾ ਚੱਕ ਕੇ ਲੈ ਕੇ ਜਾਣਾ, ਐਕਸਟੈਂਡ ਦੀ ਪ੍ਰੋਡਕਟ ਲਾਈਫ ਸਾਈਕਲ। ਸਭ ਤੋਂ ਇੰਪੋਰਟੈਂਟ ਇਹ ਚੀਜ਼ ਹੈਗੀ ਆ ਜਿਹੜੀ ਮੈਂ ਤੁਹਾਡੇ ਨਾਲ ਹੁਣ ਡਿਸਕਸ ਕਰਨ ਲੱਗਾ, ਇਸ ਸਟੇਜ ਤੇ ਹੀ ਮੈਂ ਜਾ ਕੇ ਡਿਸਕਸ ਕਰਦਾ
जिन्ना ज़्यादा किसी प्रोडक्ट दा प्रोडक्ट लाइफ साइकिल होएगा उन्ना ज़्यादा कंपनी नू बेनीफिट होएगा, उन्ना ज़्यादा उन्नू रेवेन्यू जनरेट होएगा, राइट। ਹੁਣ ਇਹਦੇ ਵਿੱਚ ਮੈਚੁਰਿਟੀ ਸਟੇਜ, ਕਿਉਂਕਿ ਮੈਚੁਰਿਟੀ ਸਟੇਜ ਜਿਹੜੀ ਹੈ ਉਸ ਤੋਂ ਬਾਅਦ ਸਿਰਫ ਡਿਕਲਾਈਨ ਸਟੇਜ ਆਉਂਦੀ ਆ, ਇਸ ਤੋਂ ਬਾਅਦ ਪ੍ਰੋਡਕਟ ਸਾਡਾ ਮਾਰਕੀਟ ਦੇ ਵਿੱਚ ਬਚਣਾ ਨਹੀਂ ਹੈਗਾ। ਸੋ ਕੰਪਨੀ ਦਾ ਗੋਲ ਇਹੀ ਹੁੰਦਾ ਕਿ ਜਿੰਨਾ ਲੰਬਾ ਪ੍ਰੋਡਕਟ ਲਾਈਫ ਸਾਈਕਲ ਨੂੰ, ਇਸ ਸਟੇਜ ਨੂੰ ਜਿੰਨਾ ਲੰਬਾ ਖਿੱਚਿਆ ਜਾ ਸਕੇ ਉਨਾ ਲੰਬਾ ਖਿੱਚਿਆ ਜਾਵੇ। ਕੁਛ ਇੱਕ ਪ੍ਰੋਡਕਟ ਜਿਹੜੇ ਹੈਗੇ ਮਾਰਕੀਟ ਦੇ ਵਿੱਚ ਕੁਝ ਬਹੁਤ ਥੋੜੀ ਦੇਰ ਲਈ ਸਟੇ ਕਰਦੇ ਆ, ਕੁਛ ਇੱਕ ਇਦਾਂ ਦੇ ਪ੍ਰੋਡਕਟ ਹੈਗੇ ਆ ਜਿਹੜੇ ਬਹੁਤ ਲੰਬੇ ਅਰਸੇ ਦੇ ਲਈ ਮਾਰਕੀਟ ਦੇ ਵਿੱਚ ਸਟੇ ਕਰਦੇ ਆ, ਜਿਵੇਂ ਆਪਾਂ ਕੋਕ, ਪੈਪਸੀ, चिप्स की गल करते हैं। देखो कितनी देर हो गई इन्हों, कुछ वॉशिंग पाउडर इदा के है जोड़े बहुत देर तो मार्केट के स्टे करते पे आ, उन्होंने कुछ एक आइटम इदा दियाँ अज इंट्रोड्यूस होंदियां ने 2 साल बाद खत्म हो जांदियां। सो इट डिपेंड्स अपॉन प्रोडक्ट टू प्रोडक्ट कि वह प्रोडक्ट लाइफ साइकिल कितना क लंबा होना है, राइट। कईयां दा 2 साल का भी हो सकता, कईयां दा लाइफ लॉन्ग हो सकता, बहुत लंबा लंबा प्रोडक्ट लाइफ साइकिल भी हो सकता। सो जिन्नी देर कोई कंपनी मार्केट दे विच अपने प्रोडक्ट नूं स्टे करके रखती है उन्ना ज़्यादा उत्थे रिवेन्यू जनरेट होएगा, उन्हां कोल उन्ना ज़्यादा पैसा कंपनी दे कोल आएगा। ये माइंड दे विच रखना, प्रोडक्ट लाइफ साइकिल का सब तो बड़ा ऑब्जेक्टिव ही ये हैगा। उस तो बाद आ गई डिक्लाइन स्टेज। डिक्लाइन स्टेज की है, हुण मेरे जिहड़े कस्टमर्स हैगे आ उन्हां दे विच एक सैचुरेशन आ गई, किसी चीज़ नूं वरत के मेरे च एक सैचुरेशन आ जाती है, मैं मेरा मन अक जाता, ਜਾਂ ਉਹ ਟੈਕਨੋਲੋਜੀ ਜਿਹੜੀ ਹੈਗੀ ਉਹ ਆਬਸੋਲੀਟ ਹੋ ਗਈ, ਜਾਂ ਜਿਹੜੇ ਕਸਟਮਰ ਦਾ ਟੇਸਟ ਚੇਂਜ ਹੋ ਗਿਆ, ਰਾਈਟ। ਹੁਣ ਆਬਵੀਅਸ ਹੈਗਾ ਇੱਕ ਪ੍ਰੋਡਕਟ ਨੂੰ ਮੈਂ ਸਾਲੋਂ ਸਾਲ ਯੂਜ਼ ਕਰ ਰਿਹਾ, ਮੈਂ ਅੱਕ ਜਾਵਾਂਗਾ, ਸੈਚੂਰੇਸ਼ਨ ਆ ਜਾਏਗੀ। ਟੈਕਨੋਲੋਜੀ ਨਵੀਆਂ ਆ ਗਈਆਂ, ਟੈਕਨੋਲੋਜੀ ਮੇਰੀ ਜਿਹੜੀ ਆ ਉਹ ਆਬਸੋਲੀਟ ਹੋ ਗਈ, ਪੁਰਾਣੀ ਹੋ ਗਈ, ਕਸਟਮਰ ਦਾ ਟੇਸਟ ਜਿਹੜਾ ਹੈਗਾ ਉਹ ਬਦਲ ਗਿਆ, ਰਾਈਟ। ਇਹਦੇ ਵਿੱਚ ਇਹਨੂੰ ਡਿਕਲਾਈਨ ਸਟੇਜ ਕਹਿੰਦੇ ਆ। ਫਿਰ ਇਹਦਾ ਮਤਲਬ ਮੇਰਾ ਮਟੀਰੀਅਲ ਮਾਰਕੀਟ ਦੇ ਵਿੱਚ ਖਤਮ ਹੋਣ ਵਾਲਾ, right। if the product has developed brand loyalty, जे ਤਾਂ ਕੋਈ ਪ੍ਰੋਡਕਟ ਆਪਣੀ ਬ੍ਰਾਂਡ ਦੀ ਲਾਇਲਟੀ ਨੂੰ ਬਚਾ ਕੇ ਰੱਖਦਾ ਤੇ ਜ਼ਿਆਦਾ ਸਮੇਂ ਦੇ ਲਈ ਉਹਦੇ ਕੋਲ ਪ੍ਰੋਫਿਟ ਆ ਸਕਦਾ ਇਸ ਸਟੇਜ ਦੇ ਵਿੱਚ ਵੀ। ਬ੍ਰਾਂਡ ਲਾਇਲਟੀ ਕੀ ਹੁੰਦਾ? ਬ੍ਰਾਂਡ ਦਾ, ਕਈ ਵਾਰੀ ਬ੍ਰਾਂਡ ਦਾ ਹੀ ਨਾਂ ਚੱਲਦਾ ਹੈ, ਰਾਈਟ। ਆਪਾਂ ਕੱਪੜੇ ਲੈਣ ਜਾਂਦੇ ਹਾਂ, ਅਸੀਂ ਕਹਿੰਦੇ ਜੀ ਲੀ ਦੀ ਜੀਨ ਲੈ ਲਓ, ਪੇਪੇ ਜੀਨਸ ਲੈ ਲਓ, ਉਹ ਕੀ ਆ? ਉਹ ਸਿਰਫ ਬ੍ਰਾਂਡ ਨੇਮ ਚੱਲਦੇ ਪਏ। ਸੋ ਬ੍ਰਾਂਡ ਨੇਮ ਜਿੱਥੇ ਹੈਗਾ ਉੱਥੇ ਪ੍ਰੋਫਿਟ ਕਾਫੀ ਦੇਰ ਦੇ ਲਈ ਕਿਸੇ ਆਰਗੇਨਾਈਜੇਸ਼ਨ ਕੋਲ ਆ ਸਕਦਾ। यूनिट कॉस्ट, ਹੁਣ ਮਾਰਕੀਟ ਦੇ ਵਿੱਚ ਕਿਉਂਕਿ ਮੇਰਾ ਜਿਹੜਾ ਪ੍ਰੋਡਕਟ ਦਾ ਵੋਲੀਅਮ ਬਹੁਤ ਜ਼ਿਆਦਾ ਡਿਕਲਾਈਨ ਹੋ ਗਿਆ, ਹੋ ਸਕਦਾ ਮੇਰੀ ਪਰ ਯੂਨਿਟ ਕਾਸਟ ਇਨਕਰੀਜ਼ ਹੋ ਜਾਏ, ਕਿਉਂਕਿ ਖਰਚੇ ਤਾਂ ਮੇਰੇ ਉਨੇ ਹੀ ਹੈਗੇ, ਡਿਵੈਲਪਮੈਂਟ ਦੇ ਖਰਚੇ ਉਨੇ, ਮੇਰੀ ਪ੍ਰੋਡਕਸ਼ਨ ਦੇ ਖਰਚੇ ਉਨੇ ਆ, ਵਰਕਰਸ ਦੀਆਂ ਸੈਲਰੀਜ਼ ਹੋਣੀਆਂ ਨੇ, ਮਾਰਕੀਟਿੰਗ ਵਾਲਿਆਂ ਦੀ ਸੈਲਰੀਜ਼ ਹੋਣੀਆਂ ਨੇ, ਪ੍ਰਮੋਸ਼ਨਲ ਖਰਚੇ ਮੇਰੇ ਉਨੇ ਵੱਧ ਗਏ। ਸੋ ਹੋ ਸਕਦਾ ਮੇਰੀ ਯੂਨਿਟ ਕਾਸਟ ਜਿਹੜੀ ਆ ਉਹ ਇਨਕਰੀਜ਼ ਹੋ ਜਾਵੇ, ਮੀਨਸ ਮੇਰੇ ਕੋਲ ਮਾਰਜਨ, ਪ੍ਰੋਫਿਟ ਮਾਰਜਨ ਬਹੁਤ ਘਟ ਜਾਵੇ, ਰਾਈਟ। ਸੋ ਫਰਮ ਦੇ ਕੋਲ 3 ਆਪਸ਼ਨਸ ਹੁੰਦੀਆਂ ਨੇ ਇਸ ਸਟੇਜ ਦੇ ਵਿੱਚ। ਸਭ ਤੋਂ ਪਹਿਲਾਂ ਕਿ ਮਾਰਕੀਟ ਜਿਹੜਾ ਮੇਰਾ ਪ੍ਰੋਡਕਟ ਹੈਗਾ ਆ ਉਹਨੂੰ ਮਾਰਕੀਟ ਦੇ ਵਿੱਚ ਇਸ ਹੋਪ ਲਈ ਟਿਕਾ ਕੇ ਰੱਖਣਾ ਕਿ ਜਿਹੜੇ ਮੇਰੇ ਕੰਪੀਟੀਟਰ ਹੈਗੇ ਆ ਉਹ ਐਗਜ਼ਿਟ ਕਰ ਜਾਣਗੇ। ਜਦੋਂ ਮੇਰੇ ਕੰਪੀਟੀਟਰ ਐਗਜ਼ਿਟ ਕਰ ਗਏ ਫਿਰ ਦੁਬਾਰਾ ਮੇਰਾ ਪ੍ਰੋਡਕਟ ਜਿਹੜਾ ਉਹ ਸਟੈਂਡ ਕਰ ਜਾਏਗਾ। ਇੱਕ ਤਾਂ ਇਹ ਜਿਹੜੀ ਆਰਗੇਨਾਈਜੇਸ਼ਨ ਆਪਣੇ ਮਨ ਦੇ ਵਿੱਚ ਗੱਲ ਲੈ ਕੇ ਚੱਲਦੀ ਆ ਕਿ ਮੈਂ ਵੇਟ ਕਰਦਾ ਆ, ਜੇ ਥੋੜਾ ਬਹੁਤਾ ਲਾਸ ਝੇਲਣਾ ਪੈਂਦਾ ਮੈਨੂੰ, ਮੈਂ ਝੇਲ ਲੈਣਾ ਆ। ਹੋ ਸਕਦਾ ਕੰਪੀਟੀਟਰਸ ਮਾਰਕੀਟ ਦੇ ਵਿੱਚੋਂ ਐਗਜ਼ਿਟ ਹੋ ਜਾਣ, ਅੱਕ ਕੇ ਚਲੇ ਜਾਣ, ਫਿਰ ਮੈਂ ਆਪਣਾ ਪ੍ਰੋਡਕਟ ਜਿਹੜਾ ਆ ਉਹ ਦੁਬਾਰਾ ਸਸਟੇਨ ਕਰ ਸਕਦਾ। ਹਾਰਵੈਸਟ ਇਹਨੂੰ ਖਤਮ ਕਰ ਦਿੱਤਾ ਜਾਵੇ, ਮਾਰਕੀਟਿੰਗ ਸਪੋਰਟ ਉਹਦੀ ਵਿਡਰੋਲ ਕਰ ਲਈ ਜਾਵੇ ਕਿਉਂਕਿ ਖਰਚੇ ਵਾਧੂ ਪੈ ਰਹੇ ਆ। ਪ੍ਰੋਡਕਟ ਨੂੰ ਮੈਂ ਡਿਸਕੰਟੀਨਿਊ ਕਰ ਦੇਵਾਂ ਕਿਉਂਕਿ ਹੋਰ ਮੇਰੇ ਕੋਲ ਪ੍ਰੋਫਿਟ ਮੈਂ ਬਣਾ ਨਹੀਂ ਸਕਦਾ। ਇਹ 3 ਆਪਸ਼ਨ ਆ ਡਿਕਲਾਈਨ ਸਟੇਜ ਦੇ ਵਿੱਚ। ਇੱਕ ਤਾਂ ਮੈਂ ਵੇਟ ਕਰਾਂ ਕੰਪੀਟੀਟਰਸ ਆਪਣੇ ਆਪ ਚਲੇ ਜਾਣ ਔਰ ਮੈਂ ਦੁਬਾਰਾ ਮਾਰਕੀਟ ਜਿਹੜੀ ਆ ਉਹ ਉਹਦੇ ਵਿੱਚ ਸਟੈਂਡ ਕਰ ਜਾਵਾਂ, ਜਾਂ ਮਾਰਕੀਟਿੰਗ ਸਪੋਰਟ ਬਹੁਤ ਘੱਟ ਕਰ ਦੇਵਾਂ ਵੀ ਜਿੰਨਾ ਪ੍ਰੋਫਿਟ ਆਉਂਦਾ ਆਉਣ ਦੇਵਾਂ, ਜਾਂ ਫਿਰ ਮੈਂ ਜਿਹੜਾ ਪ੍ਰੋਡਕਟ ਹੈਗਾ ਉਹਨੂੰ ਡਿਸਕੰਟੀਨਿਊ ਕਰ ਦੇਵਾਂ। ਸੌਰੀ। ਹੁਣ ਮੈਂ ਤੁਹਾਡੇ ਨਾਲ 4 ਸਟੇजेस ਅਲੱਗ-ਅਲੱਗ ਡਿਸਕਸ ਕਰ ਲਈਆਂ। ਮੇਰੇ ਹਿਸਾਬ ਨਾਲ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ। ਜੇ ਨਹੀਂ ਕਲੀਅਰ ਤਾਂ ਬਾਅਦ ਦੇ ਵਿੱਚ ਆਪਾਂ ਕੁਐਰੀਜ਼ ਲਵਾਂਗੇ, ਉਹਦੇ ਵਿੱਚ ਕਲੀਅਰ ਕਰ ਲਾਂਗੇ ਜੇ ਸਾਨੂੰ ਥੋੜਾ ਬਹੁਤਾ ਨਹੀਂ ਕਲੀਅਰ ਹੈਗਾ। ਸੋ ਮੈਂ ਜੇ ਇਹਦੀ ਗੱਲ ਕਰਦਾ, ਲਿਮਿਟੇਸ਼ਨਸ ਨੇ ਪ੍ਰੋਡਕਟ ਲਾਈਫ ਸਾਈਕਲ ਦੀਆਂ, ਕੁਝ ਇੰਨਾ ਡਿਫਾਈਨ ਨਹੀਂ ਹੈਗਾ ਹੈ। ਲਿਮਿਟੇਸ਼ਨ ਕੀ ਹੈ? ਇਟਸ ਨॉट ਸੂਟਡ ਫॉर ਦੀ ਫੋਰਕਾਸਟਿੰਗ ਆਫ ਪ੍ਰੋਡਕਟ। ਆਪਾਂ ਬਹੁਤ ਜ਼ਿਆਦਾ ਨਹੀਂ ਇਹਦੇ ਤੇ ਰਿਲਾਈ ਕਰ ਸਕਦੇ ਕਿ ਜੇ ਮੇਰੀ ਸੇਲ ਘਟ ਗਈ ਆ ਤੇ ਮੈਂ ਉਹਨੂੰ ਵਧਾਉਣ ਦੇ ਲਈ ਆਹ ਵਾਲੀ ਮਾਰਕੀਟਿੰਗ ਸਟ੍ਰੈਟਜੀ ਅਡਾਪਟ ਕਰਾਂ
ਜਾਂ ਇਹਦੀ ਲੌਂਗੇਵਿਟੀ ਵਧਾਉਣ ਦੇ ਲਈ ਆਹ ਵਾਲੀ ਮਾਰਕੀਟਿੰਗ ਸਟ੍ਰੈਟਜੀ ਅਡਾਪਟ ਕਰਾਂ ਤੇ ਮੇਰਾ ਜਿਹੜਾ ਪ੍ਰੋਡਕਟ ਸ਼ਰਤੀਆ ਹੀ ਜ਼ਿਆਦਾ ਵਿਕੇਗਾ। ਇਦਾਂ ਦੀ ਫੋਰਕਾਸਟਿੰਗ ਨਹੀਂ ਆਪਾਂ ਸੇਲ ਦੀ ਕੋਈ ਵੀ ਕਰ ਸਕਦੇ। ਇਹ ਸਿਰਫ ਇੱਕ ਅਜ਼ੰਪਸ਼ਨਸ ਨੇ ਪ੍ਰੋਡਕਟ ਲਾਈਫ ਸਾਈਕਲ, ਕੋਈ ਡਿਫਾਈਨ ਡਰਾਫਟਡ ਨਹੀਂ ਹੈਗਾ ਕਿ ਇਦਾਂ ਕਰਾਂਗੇ ਇਦਾਂ ਹੀ ਹੋਏਗਾ, ਇਦਾਂ ਦਾ ਕੁਝ ਨਹੀਂ ਹੈਗਾ। ਸੈਲਫ ਫੁਲਫਿਲਿੰਗ ਆ, ਮੇਰੇ ਆਪਣੇ ਆਪ ਹੀ ਜੋ ਮੈਂ ਕਰਨਾ ਸੋ ਕਰਨਾ ਹੈ, ਜਿਹੜੀਆਂ ਮੈਂ ਆਪ ਡਿਸਾਈਡ ਕੀਤਾ ਉਹ ਕਰਨਾ, ਉਹ ਇੰਪਲੀਮੈਂਟੇਸ਼ਨ ਹੁੰਦੀਆਂ ਆ, ਉਹਨਾਂ ਦੇ ਰਿਜ਼ਲਟ ਪੋਜ਼ਿਟਿਵ ਆਉਂਦੇ ਆ ਨਹੀਂ ਆਉਂਦੇ ਇਸ ਬਾਰੇ ਕੋਈ ਪੱਕਾ ਨਹੀਂ ਕਿਹਾ ਜਾ ਸਕਦਾ। ਐਡਵਾਂਟੇजेस ਪਰ ਕੀ ਹੈਗੀਆਂ? ਐਡਵਾਂਟੇजेस ਕੀ ਹੈਗੀਆਂ? ਕੰਸੈਪਟ ਹੈਲਪਸ ਮਾਰਕੀਟਿੰਗ ਅਫੀਸ਼ੀਅਲਸ ਟੂ ਪਲਾਨ ਆਲਟਰਨੇਟ ਸਟ੍ਰੈਟਜੀਜ਼। ਹੁਣ ਮੈਨੂੰ ਟਾਈਮ ਟੂ ਟਾਈਮ ਪਤਾ ਲੱਗਦਾ ਪਿਆ ਵੀ ਮੇਰਾ ਪ੍ਰੋਡਕਟ ਘੱਟ ਵਿਕਣਾ ਸ਼ੁਰੂ ਹੋ ਗਿਆ, ਮੇਰੇ ਕੋਲ ਕੰਪੀਟੀਟਰਸ ਜ਼ਿਆਦਾ ਬੜੇ ਨੇ, ਮੇਰੀਆਂ ਟਾਈਮ ਟੂ ਟਾਈਮ ਮੈਂ ਮਾਰਕੀਟਿੰਗ ਸਟ੍ਰੈਟਜੀਜ਼ ਆਪਣੀਆਂ ਚੇਂਜ ਕਰ ਸਕਦਾ, ਇਹ ਮੇਰਾ ਫਾਇਦਾ ਹੈਗਾ। ਦੂਸਰਾ, ਸੇਲਸ ਦੇ ਰਿਜ਼ਲਟ ਮੋਨੀਟਰ ਕਰਨ ਦੇ ਲਈ ਮੈਂ ਪ੍ਰੋਡਕਟ ਲਾਈਫ ਸਾਈਕਲ ਨੂੰ ਯੂਜ਼ ਕਰ ਸਕਦਾ। ਸੋ ਲਿਮਿਟੇਸ਼ਨਸ ਹੈਗੀਆਂ, ਕਈ ਵਾਰੀ ਪੇਪਰ ਦੇ ਵਿੱਚ ਆ ਜਾਂਦਾ ਵਿਚ ਆਫ ਦੀ ਫੋਲੋਇੰਗ ਇਜ਼ ਦੀ ਲਿਮਿਟੇਸ਼ਨਸ ਆਫ ਪ੍ਰੋਡਕਟ ਲਾਈਫ ਸਾਈਕਲ, ਕਈ ਵਾਰੀ ਆ ਜਾਂਦਾ ਵਿਚ ਆਫ ਦੀ ਫੋਲੋਇੰਗ ਇਜ਼ ਦੀ ਐਡਵਾਂਟੇਜ ਆਫ ਪ੍ਰੋਡਕਟ ਲਾਈਫ ਸਾਈਕਲ। ਇਹਨਾਂ ਵਿੱਚੋਂ ਹੀ ਆਏਗਾ ਪੇਪਰ। ਇਹ ਸਲਾਈਡ ਦੇ ਵਿੱਚ ਜਿਹੜਾ ਮੈਂ ਲਿਖਿਆ ਹੂ ਇਹੀ ਵਰਡਿੰਗ ਦੇ ਵਿੱਚ ਤੁਹਾਨੂੰ ਕੁਐਸਚਨ ਆਉਣ ਦੇ ਚਾਂਸਸ ਆ। ਇੱਕ ਮੇਰਾ ਖਤਮ ਹੋ ਗਿਆ ਪ੍ਰੋਡਕਟ ਲਾਈਫ ਸਾਈਕਲ ਦਾ, टाइम इज लैस बट मैं खत्म करने की कोशिश करांगा। SWOT एनालिसिस, SWOT एनालिसिस भी एक मार्केटिंग स्ट्रेटजी है, एज द नेम सुजेस्ट SWOT याद करना है, स्ट्रेंथ, वीकनेसेस, अपॉर्चुनिटीज एंड थ्रेट्स, राइट। सो SWOT एनालिसिस इज स्ट्रेंथ, वीकनेसेस, अपॉर्चुनिटीज एंड थ्रेट्स। पेपर ਦੇ ਵਿੱਚ ਕਈ ਵਾਰੀ ਇਹ ਟਰਮਸ ਚੇਂਜ ਕਰਕੇ ਆ ਜਾਂਦੀਆਂ। SWOT एनालिसिस ਦਾ ਫੁੱਲ ਫਾਰਮ ਕੀ ਹੈਗਾ? ਇਹ ਵੀ ਇੱਕ ਮਾਰਕੀਟਿੰਗ ਸਟ੍ਰੈਟਜੀ ਹੈ SWOT। ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ, ਜਿੰਨਾ ਦੇਰ ਆਪਣੀਆਂ ਸਟਰੈਂਥ, ਵੀਕਨੈਸਿਸ, ਓਪਰਚੁਨਿਟੀਜ਼ ਨੂੰ ਸਟੱਡੀ ਨਹੀਂ ਕਰਦੀ, ਉਨੀ ਦੇਰ ਉਹ ਗਰੋ ਨਹੀਂ ਕਰ ਸਕਦੀ, ਰਾਈਟ। ਹੁਣ ਇਹ ਜਿਹੜੀਆਂ ਵੀਕਨੈਸਿਸ, ਸਟਰੈਂਥ, ਓਪਰਚੁਨਿਟੀਜ਼ ਹੈਗੀਆਂ, ਕਿਵੇਂ ਕਿਸੇ ਆਰਗੇਨਾਈਜੇਸ਼ਨ ਨੂੰ ਪਤਾ ਲੱਗਦਾ? ਇਹ ਦੋ ਇਹਦੇ ਵਿੱਚ ਫੈਕਟਰਸ ਨੇ, ਵਨ ਇਜ਼ ਇੰਟਰਨਲ ਆਡਿਟ ਐਂਡ ਸੈਕੰਡ ਇਜ਼ ਮਾਰਕੀਟ ਸਰਵੇ। ਦੋ ਚੀਜ਼ਾਂ ਦੇ ਨਾਲ ਪਤਾ ਲੱਗਦਾ। ਇੱਕ ਵਾਰੀ ਪੜ੍ਹਦੇ ਇਹਨੂੰ ਫਿਰ ਦੇਖਦੇ ਡਿਸਕਸ ਕਰਦਾ ਮੈਂ। ਇਹ ਵੀ ਇੱਕ ਮਾਰਕੀਟਿੰਗ ਸਟ੍ਰੈਟੇਜਿਕ ਪਾਲਿਸੀ ਹੈਗੀ ਆ। ਇਹਦੇ ਨਾਲ ਸਾਨੂੰ ਕਿਸੇ ਵੀ ਪ੍ਰੋਜੈਕਟ ਦੀ, ਆਪਾਂ ਕਿਸੇ ਵੀ ਪ੍ਰੋਜੈਕਟ ਦੀ ਸਟਰੈਂਥ ਨੂੰ, ਵੀਕਨੈਸ, ਓਪਰਚੁਨਿਟੀਜ਼ ਐਂਡ ਥ੍ਰੈਟਸ ਨੂੰ ਇਵੈਲੂਏਟ ਕਰ ਸਕਦੇ ਹਾਂ SWOT ਦੇ ਨਾਲ। ਜਿਹੜਾ SWOT ਦਾ ਏਮ ਹੈਗਾ ਆ, ਉਹ ਆਇਡੈਂਟੀਫਾਈ ਕਰਦਾ ਫੈਕਟਰਸ ਦੈਟ ਆਰ ਇੰਪੋਰਟੈਂਟ ਟੂ ਅਚੀਵ ਦੀ ਆਬਜੈਕਟਿਵ। ਕਿਸੇ ਵੀ ਆਰਗੇਨਾਈਜੇਸ਼ਨ ਦੇ ਆਬਜੈਕਟਿਵ ਅਚੀਵ ਕਰਨ ਦੇ ਲਈ ਕਿਹੜੇ ਕਿਹੜੇ ਫੈਕਟਰਸ ਨੇ, ਉਹਨਾਂ ਨੂੰ ਆਇਡੈਂਟੀਫਾਈ ਕਰਦਾ SWOT, ਰਾਈਟ। ਦੂਸਰਾ, ਟਾਈਮ ਟੂ ਟਾਈਮ ਜਿਹੜੀਆਂ ਪ੍ਰੋਸੈਸਿਸ ਜਾਂ ਮਾਰਕੀਟਿੰਗ ਦੀਆਂ ਸਟ੍ਰੈਟੇਜਿਕ ਮੈਂ ਚੇਂਜ ਕਰਨੀਆਂ ਨੇ, ਉਹਨਾਂ ਦੇ ਵਿੱਚ ਵੀ ਇਹ ਸਹਾਈ ਹੈ ਬਹੁਤ SWOT। ਇਟ ਇਨਕਲੂਡਸ ਇੰਟਰਨਲ ਆਡਿਟਸ ਐਂਡ ਮਾਰਕੀਟ ਸਰਵੇ। ਮੈਂ ਪਹਿਲਾਂ ਵੀ ਗੱਲ ਕਰ ਚੁੱਕਾ, SWOT ਐਨਾਲਿਸਿਸ ਸਾਡਾ ਦੋ ਹੀ ਤਰੀਕਿਆਂ ਦੇ ਨਾਲ ਹੁੰਦਾ, ਇੰਟਰਨਲ ਆਡਿਟਸ ਦੇ ਨਾਲ ਤੇ ਮਾਰਕੀਟ ਸਰਵੇ ਨਾਲ। ਅੱਗੇ ਜਾ ਕੇ ਦੱਸਦਾ ਕਿਵੇਂ ਕਰਾਂਗੇ। ਹੁਣ ਮੈਂ ਕਲਾਸੀਫਿਕੇਸ਼ਨ ਆਫ SWOT ਕਰਦਾ, SWOT ਨੂੰ ਕਿਹੜੇ ਤਰੀਕੇ ਦੇ ਨਾਲ ਮੈਂ ਕਲਾਸੀਫਾਈ ਕਰਨਾ। ਧਿਆਨ ਨਾਲ ਦੇਖਿਓ, ਦੋ ਤਰੀਕੇ ਨਾਲ ਮੈਂ ਕਲਾਸੀਫਾਈ ਕਰਦਾ SWOT ਐਨਾਲਿਸਿਸ ਨੂੰ। ਵਨ ਇੰਟਰਨਲ ਫੈਕਟਰਸ ਹੁੰਦੇ ਨੇ, ਦੂਸਰਾ ਐਕਸਟਰਨਲ ਫੈਕਟਰਸ ਨੇ। ਪੇਪਰ ਦੇ ਵਿੱਚ ਆ ਜਾਂਦਾ ਕਈ ਵਾਰੀ, ਰਾਈਟ। ਇੰਟਰਨਲ ਫੈਕਟਰਸ, ਐਕਸਟਰਨਲ ਫੈਕਟਰ। ਇੰਟਰਨਲ ਫੈਕਟਰਸ ਅੱਗੋਂ ਦੋ ਤਰ੍ਹਾਂ ਦੇ ਨੇ, ਸਟਰੈਂਥ ਐਂਡ ਵੀਕਨੈਸਿਸ। ਆ ਦੇਖੋ, ਜਿਹੜਾ ਵਿਚ ਆਫ ਦੀ ਫੋਲੋਇੰਗ ਇਜ਼ ਯੂਜ਼ਫੁਲ ਟੂ ਦੀ ਕੰਪਨੀ, ਇਦਾਂ ਵੀ ਆ ਜਾਂਦਾ। ਵਿਚ ਆਫ ਦੀ ਫੋਲੋਇੰਗ ਇਜ਼ ਦੀ ਇੰਟਰਨਲ ਫੈਕਟਰਸ ਆਫ ਦੀ SWOT। ਤੇ SW ਜਿਹੜਾ ਪਹਿਲਾ ਹੈਗਾ ਨਾ, ਸਟਰੈਂਥ ਐਂਡ ਵੀਕਨੈਸਿਸ, ਇਹ ਇੰਟਰਨਲ ਫੈਕਟਰ ਨੇ, ਰਾਈਟ। ਹੁਣ ਅਸੀਂ ਕਰਦੇ ਹਾਂ ਐਕਸਟਰਨਲ ਫੈਕਟਰ ਦੀ ਗੱਲ। अपॉर्चुनिटीज ਐਂਡ ਥ੍ਰੈਟਸ ਜਿਹੜਾ ਆ, ਉਹ ਐਕਸਟਰਨਲ ਕੈਟਾਗਰੀ ਦੇ ਵਿੱਚ ਆਉਂਦਾ। ਇੱਥੋਂ ਹੀ ਪਤਾ ਲੱਗ ਜਾਣਾ, ਆਹ ਦੋ ਇੰਟਰਨਲ ਨੇ, ਆਹ ਦੋ ਐਕਸਟਰਨਲ ਨੇ, ਰਾਈਟ। ਇੰਟਰਨਲ, ਐਕਸਟਰਨਲ, SW ਇੰਟਰਨਲ, OT ਐਕਸਟਰਨਲ। ਸੋ ਪੇਪਰ ਦੇ ਵਿੱਚ ਆ ਜਾਂਦਾ ਐਕਸਟਰਨਲ ਕਿਹੜੇ ਆ ਤੇ ਇੰਟਰਨਲ ਕਿਹੜੇ ਆ। ਤੁਹਾਨੂੰ SWOT ਹੈ ਵੈਸੇ ਹੀ ਪਤਾ ਲਾਉਣਾ, ਜੇ ਇਹਦੀ ਪੂਰੀ ਤੁਹਾਨੂੰ ਫਾਰਮ ਪਤਾ ਹੈ ਤੇ ਤੁਹਾਨੂੰ ਇੱਕਦਮ ਪਤਾ ਲੱਗ ਜਾਏਗਾ। ਸਟਰੈਂਥ ਐਂਡ ਵੀਕਨੈਸਿਸ ਦੀ ਗੱਲ ਕਰਦੇ ਪਏ, ਓਪਰਚੁਨਿਟੀ ਐਂਡ ਥ੍ਰੈਟਸ ਦੀ ਗੱਲ ਕਰਦੇ ਪਏ, ਰਾਈਟ। ਕਲਾਸੀਫਿਕੇਸ਼ਨ ਕਲੀਅਰ ਹੋ ਗਈ ਸਾਰਿਆਂ ਨੂੰ। ਹੁਣ ਅਸੀਂ ਦੇਖਦੇ ਹਾਂ, ਮੈਂ ਸਟਰੈਂਥ ਦੀ ਗੱਲ ਕੀਤੀ ਸੀ, ਵੀਕਨੈਸਿਸ ਦੀ ਗੱਲ ਕੀਤੀ ਸੀਗੀ, ਰਾਈਟ। ਜਿਹੜਾ ਸਟਰੈਂਥ ਹੈਗਾ ਉਹ ਇੰਟਰਨਲ ਫੈਕਟਰ ਮੈਂ ਆਲਰੇਡੀ ਦੱਸ ਚੁੱਕਾ, ਜਿਹੜਾ ਕੰਪਨੀ ਦਾ ਗੋਲ ਅਚੀਵ ਕਰਨ ਦੇ ਵਿੱਚ ਹੈਲਪਫੁਲ ਹੁੰਦਾ। ਵੀਕਨੈਸਿਸ ਮੇਰਾ ਇੰਟਰਨਲ ਫੈਕਟਰ ਆ, ਜਿਹੜਾ ਹਾਰਮਫੁਲ ਆ ਕਿਸੇ ਆਰਗੇਨਾਈਜੇਸ਼ਨ ਦੇ ਲਈ। ਸਿਮਿਲਰਲੀ ਜਿਹੜੀਆਂ ਓਪਰਚੁਨਿਟੀਜ਼ ਨੇ, ਉਹ ਸੌਰੀ ਇੱਥੇ ਮੈਂ ਗਲਤ ਲਿਖਿਆ ਹੋਇਆ, ਇੰਟਰਨਲ ਨਹੀਂ ਹੈਗਾ, ਇਟ ਇਜ਼ ਐਕਸਟਰਨਲ। ਰੀਡ ਇਟ ਐਜ਼ ਐਕਸਟਰਨਲ ਪਲੀਜ਼। ਇਹਨੂੰ ਐਕਸਟਰਨਲ ਰੀਡ ਆਊਟ ਕਰਨਾ ਸਾਰਿਆਂ ਨੇ, ਇੱਕ ਮੇਰਾ ਟਾਈਪਿੰਗ ਮਿਸਟੇਕ ਹੈਗੀ ਹੈ, ਰਾਈਟ। ਐਕਸਟਰਨਲ ਫੈਕਟਰ ਆ ਓਪਰਚੁਨਿਟੀਜ਼ ਜਿਹੜੀਆਂ ਕਿਸੇ ਕੰਪਨੀ ਦੇ ਲਈ ਬਹੁਤ ਹੈਲਪਫੁਲ ਨੇ, ਉਹਦੇ ਆਰਗੇਨਾਈਜੇਸ਼ਨ ਦੇ ਗੋਲ ਅਚੀਵ ਕਰਨ ਦੇ ਲਈ। ਦੈਨ ਥ੍ਰੈਟਸ ਜਿਹੜੇ ਹੈਗੇ ਆ, ਉਹ ਐਕਸਟਰਨਲ ਫੈਕਟਰ ਆ ਜਿਹੜੇ ਕੰਪਨੀ ਦੇ ਲਈ ਹਾਰਮਫੁਲ ਆ,
राइट। हुण गल्लां हो गईयां कंपनी कई बारी पेपर दे विच आंदा विच ऑफ द फॉलोइंग कपल इज हेल्पफुल, किहड़े किहड़े हेल्पफुल हो गए, स्ट्रेंथ हेल्पफुल आ और अपॉर्चुनिटीज हेल्पफुल आ। विच ऑफ द फॉलोइंग इज हार्मफुल फॉर द कंपनी, वीकनेसेस एंड थ्रेट्स। सुनन तो ही पता लगता पिया है, इस करके जिन्हें टर्म पढ़िया हुई फटाफट आंसर कर देगा, कोई इदां दा इशू नहीं हैगा। हुण असीं देखते हैं, मैं इंटरनल ते एक्सटर्नल फैक्टर्स की गल की सीगी। इंटरनल फैक्टर्स दो ने, इंटरनल जिहड़े स्ट्रेंथ एंड वीकनेसिस, कंपनी दियां स्ट्रेंथ किहड़ियां किहड़ियां ने, वीकनेसिस किहड़ियां किहड़ियां, उहदियां एग्जांपल्स मैं लिखियां हुई, जिवें एक्सलेंट स्टाफ, जिहड़ा मेरे कोल स्टाफ बहुत एक्सलेंट हैगा, जिहदे कोल प्रोडक्ट दी नॉलेज बहुत आ, मेरा प्लस पॉइंट हो गया, राइट, स्ट्रेंथ हो गई मेरी। गुड रिलेशनशिप विद कस्टमर, कंपनी दे कस्टमर दे नाल रिलेशन बहुत वधिया ने, मेरा गुड पॉइंट हो गया, अच्छा पॉइंट हो गया मेरा, राइट। नैक्सट गुड इंटरनल कम्युनिकेशन, अंदर साडी कम्युनिकेशन गैप कोई नहीं है, बहुत ट्रांसपेरेंसी है साडी गलबात दे विच। हाई ट्रैफिक लोकेशन, मेरा जिहड़ा प्लांट है, मेरी ऑर्गेनाइजेशन है, वो बहुत वधिया ट्रैफिक लोकेशन है, उत्ते ट्रांसपोर्टेशन की कोई किसी तरह की प्रॉब्लम नहीं आती पई, लॉजिस्टिक प्रॉब्लम कोई किसी तरह की नहीं हैगी, कई रिमोट एरिया दे विच ऑर्गेनाइजेशन हैगी, उत्थे आपां लॉजिस्टिक प्रॉब्लम बहुत ज़्यादा होंदी, मार्केटिंग दे विच बहुत प्रॉब्लम आएगी। सक्सैसफुल मार्केटिंग स्ट्रैटेजी, जिहड़ी मेरी मार्केटिंग स्ट्रैटेजी हैगी आ, वो बहुत जिहड़ी स्ट्रॉन्ग हैगी है मेरे को, राइट। दैन इज रेपुटेशन फॉर इनोवेशन, मेरी कंपनी का यह भी प्लस पॉइंट हो गया। ये सारे जिहड़े आ ये स्ट्रेंथ ने कंपनी दी। दूजी आप एग्जाम्पल के लिए वीकनेसिस किहड़ियां, करंटली स्ट्रगलिंग टू मीट डेडलाइन, कंपनी दे विच अपनी डेडलाइन नूं ही मीट करन दे लई बहुत स्ट्रगल चलदी पई, लोकां दे कोल काम ही बहुत है, इंपलाइज कोल काम ही बहुत है, उलझे पए सारे। रेंट ते ऑर्गेनाइजेशन आ मेरी, मेरी फैक्ट्री का रेंट बहुत ज़्यादा हैगा। मार्केट रिसर्च जिहड़ी आ मेरे को डाटा बहुत पुराना पिया होया, इस करके मैं नवीं पॉलिसीज अडॉप्ट नहीं कर सकता। कैश फ्लो की प्रॉब्लम आ, कैश जिहड़ा हो मेरे को स्टॉक बहुत ज़्यादा पिया होया कंपनी दे विच, रिकॉर्ड कीपिंग बहुत पुअर आ मेरी। जे मैं अपॉर्चुनिटीज़ की गल करदा, ये एक्सटर्नल फैक्टर्स ने, उहदियां एग्जांपल्स, मार्केट दे विच सिमिलर प्रोडक्ट तां हैगा आ, बट जिहड़ा मेरा कंपीटेटर हैगा आ, ओहदा जिहड़ा प्रोडक्ट आ वो इन्ना रिलायबल नहीं हैगा, ते मेरे नालों ज़्यादा कॉस्टली आ। जे मेरे नालों ज़्यादा कॉस्टली आ, रिलायबिलिटी कोई नहीं, ਇਹਦਾ मतलब मेरे लिए तो बहुत बड़ा प्लस पॉइंट हो गया, मेरे लिए अपॉर्चुनिटी है, मैं जिन्ना मर्जी अपना प्रोडक्ट सेल करदा। लॉयल कस्टमर, मेरे कस्टमर बहुत लॉयल आ, कस्टमर की डिमांड बहुत ज़्यादा है, ये बाहरों आ रही ना चीज़ां मेरे को सारियां ही, सिमिलर प्रोडक्ट, दूजा महंगे बहुत प्रोडक्ट आ, कस्टमर बड़े लॉयल आ, ये एक्सटर्नल फैक्टर ने सारे, ये मेरे को अपॉर्चुनिटीज हो गई। थ्रेट्स की है, कंपीटिटर्स हैव ए सिमिलर प्रोडक्ट, कंपीटिटर कोल सिमिलर प्रोडक्ट आ, कॉस्ट भी उन्नी है, क्वालिटी भी वही है, मेरे लिए तो बहुत वड्डी सिरदर्दी खड़ी होगी। सो जहां मेरा कंपीटिटर आ, उन्हें कोई एडवरटाइजमेंट कंपेन नवी चलाती, सो ऑब्वियस हैगा जे मार्केटिंग कंपेन चलाएगा तो मेरे लिए प्रॉब्लम क्रिएट होएगी। ਜਾਂ ਉਹਨੇ ਮੇਰੇ ਨਜ਼ਦੀਕ ਹੀ ਕੋਈ ਆਊਟਲੈਟ ਖੋਲ ਲਿਆ, ਨਵੀਂ ਸ਼ਾਪ ਖੋਲੀ, ਮੇਰੇ ਲਈ ਸਿਰਦਰਦੀ ਬਣ ਗਈ। ਜਾਂ ਕਿਸੇ ਨੇਸ਼ਨ ਦੀ ਇਕਨੋਮੀ ਬਹੁਤ ਡਾਊਨ ਹੋ ਗਈ, ਇਹ ਤਾਂ ਇੱਕ ਕਾਮਨ ਫੈਕਟਰ ਹੈਗਾ, ਜੇ ਇਕਨੋਮੀ ਡਾਊਨ ਆ ਤੇ ਸਾਰੀ ਆਰਗੇਨਾਈਜੇਸ਼ਨ ਲਈ ਹਾਰਮਫੁਲ ਹੋਏਗਾ, ਸਾਰੀ ਕੰਪਨੀਆਂ ਦੇ ਲਈ ਇੱਕ ਬਹੁਤ ਵੱਡਾ ਥ੍ਰੈਟ ਹੈਗਾ। ਸੋ ਮੈਂ ਜਿਹੜੀਆਂ ਰੀਡ ਆਊਟ ਕਰੀਆਂ, ਮੇਰੇ ਹਿਸਾਬ ਨਾਲ ਸਾਰਿਆਂ ਨੂੰ ਇਦਾਂ ਹੀ ਸਮਝ ਆ ਸਕਦੀ ਹੈ ਕਿ ਐਕਸਟਰਨਲ ਫੈਕਟਰ ਦੇ ਵਿੱਚ ਓਪਰਚੁਨਿਟੀਜ਼, ਥ੍ਰੈਟਸ ਦੀਆਂ ਐਗਜ਼ਾਮਪਲਸ ਕਿਹੜੀਆਂ, ਜਾਂ ਇੰਟਰਨਲ ਫੈਕਟਰਸ ਦੇ ਵਿੱਚ ਵੀਕਨੈਸਿਸ ਐਂਡ ਸਟਰੈਂਥ ਕਿਹੜੀਆਂ ਕਿਹੜੀਆਂ ਹੈਗੀਆਂ, ਇਮੀਡੀਏਟਲੀ पता लग जाएगा। ਹੁਣ फटाफट ਆਪਾਂ ਇਹਦੇ एनालिसिस ਦੇ बेनिफिट्स पढ़ते हैं। पावरफुल टूल आ, SWOT एनालिसिस कैन बी यूज्ड टू असेस द कंपनी पोजीशन, सानू मार्केट दे विच साडी कंपनी दी पोजीशन की सानू पता लगदा। उस तो बाद सॉरी सेल डिस्ट्रीब्यूशन नू वैल्यूएट करन दे लई, न्यू स्ट्रैटेजिक प्लान करन दे लई, प्रोजेक्ट की प्लानिंग एंड मैनेजमेंट के लिए, ये सारे मैं तुसी स्क्रीनशॉट ले लो, थोड़ा जिहा टाइम कटा। बेनिफिट ऑफ SWOT एनालिसिस, पावरफुल मॉडल फॉर मैनी डिफरेंट सिचुएशंस, SWOT एनालिसिस कैन बी यूज्ड टू असेस कंपनीज पोजीशन इन द मार्केट, क्लीयर हुंदा पिया सारियां नूं। दैन SWOT एनालिसिस कैन बी यूज्ड टू असेस कंपनीज कमर्शियल वायबिलिटी का पता लगदा, हैल्प टू वैल्यूएट सेल्स डिस्ट्रीब्यूशन किहड़े तरीके नाल करनी है, न्यू स्ट्रैटेजिक प्लान्स किहड़े लैके आने आ, सारा जिहड़ा मेरा प्रोजेक्ट है वो प्लानिंग किद्दां करनी है और मैनेजमेंट करनी है। दिस इज ऑल, ये जो मेरा टॉपिक कंप्लीट हो जाता। इस तो अलावा असी गल करते हैं, बिकॉज ऑफ कोविड-19 वी हैव टू सक्सैसफुल आपां मिल के सारिਆਂ ने करना मिशन फतेह पंजाब नूं, ਇਹਦੇ ਨਾਲ सोशल डिस्टेंसिंग सारिਆਂ ने मेनटेन करके रखनी आ, अपने हत्थ ਜਿਹੜੇ ਆ बार-बार ਧੋਣੇ आ, मूँह नूं कवर करके रखना आ,
जे कोई बीमारी ठमारी तो उन्होंने इमीडिएटली नोटिफाइड करना। थैंक यू वेरी मच। मैं जे किसी का क्वेश्चन है वो कर सकता, मैं जरा स्टॉप शेयरिंग कर लवां प्लीज। राइट, सो सारिਆਂ ने ਜਿਹੜਾ ਹੈਗਾ ਆ ਮੇਰੇ ਕੋਲ क्वेश्चन मैं थोड़ा ऑथराइज कर ਦਿੰਦਾ ਤੁਹਾਨੂੰ ਸਾਰਿਆਂ ਨੂੰ। राइट, एक सेकंड ਲਵਾਂਗਾ ਉਹਦੇ ਲਈ, वेट फॉर ए वाइल। राइट, ਹੁਣ ਜੇ ਕਿਸੇ ਦਾ क्वेश्चन ਹੈਗਾ ਆ ਆਪਣੇ ਆਪ ਨੂੰ ਅਨਮਿਊਟ ਕਰਕੇ ਮੇਰੇ ਕੋਲ ਪੁੱਛ ਸਕਦੇ ਹੋ। You may ask your question. Sir, please repeat the slides for product life cycle. मैम you are from? Sorry, मैम कहाँ से बोल रहे हो आप? सर छत्तीसगढ़। हाँ मैम, मैंने आपको लास्ट बार भी कहा था यदि आप शेयर कर लेते हो मुझसे अपना नंबर शेयर करके, मैं कितने ही बच्चे हैं जो जहाँ पार्टिसिपेंट्स ऐसे हैं मेरे पास जो अपना नंबर मेरे पास भेज देते हैं, मैं उनको पीपीटी भेज देता हूँ सारी। ओके सर, थैंक यू। हाँ जी, इफ यू हैव एनी डाउट यू मे आस्क माय पर्सनल कन्वर्सेशन और बाय व्हाट्सएप। I will send you the PPT, otherwise you share your number with me. Okay sir. Any other question? सर Yes. सर मैं सर मेरी रिक्वेस्ट है सबसे, प्लीज जिसने बोलना है वही अपने आप को अनम्यूट करिएगा। जी बोलिए जी, जी बोलिए। गुड मॉर्निंग सर। गुड मॉर्निंग सर, मैंने स्कीम के बारे में पूछना था जी आपसे, एक बार दोबारा बता सकते हैं आप? स्कीम मार्केटिंग? हाँ जी। हाँ, स्कीम मार्केटिंग में हम क्या करते हैं, जो क्योंकि डेवलपमेंट चार्जेस ज़्यादा कंपनी के आए होते हैं उसको इमीडिएटली रिकवर करने, प्रॉफिट मार्जिन हम प्रोडक्ट का ज़्यादा लेके रखते हैं ताकि हमारे जो डेवलपमेंट चार्जेस है इमीडिएटली रिकवर हम कर लें। उसके बाद जितना भी हमारा प्रॉफिट आता रहेगा लाइफ साइकिल में वो आता रहे, उसको स्कीम कहते हैं। दूसरा है पेनिट्रेशन, उसमें हम प्राइस कम रखते हैं ताकि जो हमारा प्रोडक्ट है जो मार्केट में ज़्यादा से ज़्यादा इंट्रोड्यूस हो सके, लोग उसके बारे में जल्दी से लेके उसको यूज़ करके देख लें। ये दो तरह की है जी। और कितना प्राइस रखते हैं? सॉरी ਹੈਲੋ ਸਰ, ਗੁੱਡ ਮਾਰਨਿੰਗ। गुड मॉर्निंग मैम। ਹਾਂਜੀ ਸਰ, ਤੁਸੀਂ ਨਾ ਆਪਣੇ ਸੈਸ਼ਨ ਜਲਦੀ ਜਲਦੀ ਲਿਆ ਕਰੋ ਤਾਂ ਬੱਚਿਆਂ ਨੂੰ ਔਰ ਸਾਨੂੰ ਕਾਫੀ ਵੇਟ ਰਹਿੰਦਾ ਤੁਹਾਡੇ ਲੈਕਚਰਸ ਦਾ, थैंक यू वेरी मच। ਤੁਹਾਡੇ ਲੈਕਚਰਸ ਤੇ ਬੜਾ ਲੈਬੋਰੇਟ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਹੁਤ ਲੈਬੋਰੇਟ ਕਰਕੇ ਉਸ ਨੂੰ ਹੋਰ ਵੀ ਕਰੋ ਕਿਉਂਕਿ ਟਾਈਮ ਦੀ ਸ਼ਾਰਟੇਜ ਹੋ ਜਾਂਦੀ ਹੈ, ਇਸ ਲਈ ਪਾਰਟ ਬਣਾ ਲਿਆ ਕਰੋ ਪਲੀਜ਼। जी 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 मैम, श्योर मैम, थैंक यू। ਹਾਂਜੀ ਸਰ, ਜਲਦੀ ਜਲਦੀ ਲਿਆ ਕਰੋ, ਵੇਟ ਕਰਦੇ ਆ ਸਾਰੇ ਬੱਚੇ ਤੁਹਾਡਾ। जी थैंक यू वेरी मच। हाँ जी, और कुछ जी? सर जी हेलो जी बोलिए मैम। हाँ जी, गुड मॉर्निंग सर। गुड मॉर्निंग। हाँ जी मैम, सर ਜਿਹੜਾ ਹੁਣ ਮੈਡਮ ਨੇ ਕਿਹਾ ਕਿ ਤੁਸੀਂ ਆਪਣਾ ਲੈਕਚਰ ਜਲਦੀ ਜਲਦੀ ਲਿਆ ਕਰੋ, ਸਹੀ ਗੱਲ ਹੈ ਸਰ। ਅਸੀਂ ਵੇਟ ਕਰਦੇ ਹਾਂ ਤੁਹਾਡੇ ਲੈਕਚਰ ਦਾ, ਬਿਕੋਜ਼ ਕਿਉਂਕਿ ਤੁਹਾਡੇ ਸਮਝਾਉਣ ਦਾ ਤਰੀਕਾ ਵੇ ਬਹੁਤ ਅੱਛਾ ਵਾ। ਕਿਉਂਕਿ ਇੰਨਾ ਡਿਫਿਕਲਟ ਜਿਹੜਾ ਲੈਸਨ ਹੁੰਦਾ ਸਰ ਉਹ ਤੁਸੀਂ ਬਹੁਤ ਈਜ਼ੀ ਢੰਗ ਨਾਲ ਸਮਝਾ ਦਿੰਦੇ ਹੋ, ਜਿਹੜਾ ਕਿ ਸਾਨੂੰ ਬਹੁਤ ਅੱਛੀ ਤਰ੍ਹਾਂ ਸਮਝ ਲੱਗ ਜਾਂਦਾ ਵਾ। ਇਸ ਕਰਕੇ ਮੈਂ ਵੀ ਇਹੀ ਰਿਕੁਐਸਟ ਕਰਾਂਗੀ ਸਰ, ਆਪਣਾ ਲੈਕਚਰ ਜਲਦੀ ਲੈ ਕੇ ਆਇਆ ਕਰੋ ਪਲੀਜ਼। ਕਿੱਥੋਂ ਬੋਲ ਰਹੇ ਹੋ ਤੁਸੀਂ ਮੈਡਮ? ਸਰ ਮੈਂ ਲੁਧਿਆਣੇ ਤੋਂ ਬੋਲ ਰਹੀ ਹਾਂ, TCKT। हाँ जी, लुधियाना। ठीक है मैम, जरूर ट्राई माय बेस्ट कि मैं जल्दी जल्दी लेक्चर लेके आया करूंगा। थैंक यू जी। हाँ जी, थैंक यू सर अपना नंबर इस नंबर कर देते सर। हाँ जी, हाँ जी सर। सर मैं दीपक सर, मैं NST चेन्नई से बोल रहा हूँ सर। हाँ जी सर, गुड मॉर्निंग, हाउ आर यू? आई एम फाइन सर। सर मैं ये कहा था आपकी क्लास में ले रहा था तो अभी पता चला था मेरे को आपकी क्लास है, तो मैंने अभी ऑन किया था जब 300 आदमी जुड़ गए थे, उसके बाद दोबारा ट्राई किया था तब ज्वाइन हो गया। तो मैं ये कहा था सर आप इस पे, मैंने मैसेज किया था अभी, मोबाइल नंबर आप इस मैसेज पे डाल दिए, मैं सेव कर लेता हूँ आपके पास अपने पास सर। यस आप सेव कर लो, मुझे मैसेज कर देना, मैं अपनी पीपीटी शेयर कर लूंगा। बाकी जल्दी हमारा निम्मी पे जे आजकल सर आपका नंबर मेरे पास नहीं है सर, एक बार आप सेंड कर दीजिए सर। यस इट इज 98। अच्छी बोल दो सर, नंबर ऐसे भी ले लेंगे। नोट डाउन एक सेकंड रुकिए सर। नोट डाउन, मैंने सेशन बंद करना, अगला सेशन हमारा स्टार्ट होना है सर। इमीडिएटली नोट डाउन, इट इज 98 146 94 563
जी सर एक बार ट्राई करना 9811469456 चैट में लिख रहा हूँ हेलो प्लीज सारे ना बोलो सर, ਤੁਸੀਂ ਬੋਲੋ 98 कंफ्यूजन हो रही है। चैट में ओके सर सबको देखो, नोट कर लो प्लीज, इमीडिएटली स्क्रीनशॉट ले लो। आई हैव टू स्विच ठीक है जी मैं शेयर कर देता राजवीर मैं शेयर कर देता राजवीर हड्ड ओ हड्ड दीपक जी हैव यू नोटेड संदीप जी सर मनदीप थैंक यू वेरी हाँ मच भाई ओ हड्ड हट सिमरन संधू थैंक यू फॉर अटेंडिंग माय लेक्चर।